ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਇੱਕ ਬੱਚੇ ਦੀ ਮੌਤ ਤੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਅੰਦਰ ਧਰਨਾ ਦੇ ਦਿੱਤਾ ਤੇ ਡਾਕਟਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਬੱਚੇ ਦੇ ਪਿਤਾ ਨੇ ਦੱਸਿਆ ਹੈ ਕਿ ਉਹ ਬੱਚੇ ਨੂੰ ਹਸਪਤਾਲ ਵਿੱਚ ਇਲਾਜ ਲਈ ਲਿਆਏ ਸਨ ਤੇ ਇਲਾਜ ਦੀ ਏਵਜ਼ ਵਿੱਚ ਉਹਨਾਂ ਪਾਸੋਂ 60,000 ਵੀ ਠੱਗ ਲਏ ਤੇ ਬਾਅਦ ਵਿੱਚ ਬੱਚੇ ਦੀ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਬੱਚੇ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਹੋਇਆ। ਜਦੋਂ ਇਸ ਸੰਬੰਧ ਵਿੱਚ ਡਾਕਟਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬੱਚੇ ਦੀ ਹਾਲਤ ਠੀਕ ਨਹੀਂ ਸੀ ਤੇ ਉਸ ਨੂੰ ਪਹਿਲਾਂ ਹੀ ICU ਵਿੱਚ ਭਰਤੀ ਕੀਤਾ ਹੋਇਆ ਸੀ। कुछ नहीं, माड़ा जा बुखार चढ़िया मैं इत्थे लैके आई इत्थे नीचे नंदा हस्पताल बुखार चढ़िया तो मैं लैके आई। बुखार ठीक हो गया दूए दिन। इन्हां दे स्टाफ ने रात नूं कुड़ी नूं गोलियां दित्तियां। ਉਹ ਦਵਾਈ ਜਿਹੜੀ ਮਿੱਠੀ ਹੁੰਦੀ ਹੈ ਜੀਭ ਨੂੰ ਲਾਉਣ ਵਾਲੀ, ਉਹਦੇ ਨਾਲ ਮੇਰੀ ਕੁੜੀ ਬੋਲਣਾ ਬੰਦ ਹੋ ਗਈ। ਬੋਲਣਾ ਰਾਤ ਬੰਦ ਹੋ ਗਈ। ਰਾਤ ਸਟਾਫ ਨੇ 8 ਤਰੀਕ ਦੇ ਲੈ ਕੇ ਆਏ ਨੇ ਆ। 6 ਤਰੀਕ ਦੇ 6 ਤਰੀਕ ਦੀ ਇੱਥੇ ਦਾਖਲ ਕਰਾਈ ਦੀ। ਅੱਜ ਮੈਨੂੰ ਸਵੇਰੇ ਐਨ ਟਾਈਮ ਤੇ ਜਵਾਬ ਦਿੱਤਾ। 5 ਵਜੇ ਮੈਨੂੰ ਆਣ ਕੇ ਕਹਿੰਦਾ ਤੇਰਾ ਬੱਚਾ ਸੀਰੀਅਸ ਅੰਬਰਸਰ ਲੈ ਜਾ। ਅੰਬਰਸਰ ਮੈਨੂੰ ਉੱਥੇ ਫਸਾਤਾ। ਮੈਨੂੰ ਨਹੀਂ ਪਤਾ, ਮੈਂ ਅਨਪੜ੍ਹ ਸੀ, ਮੈਨੂੰ ਕੀ ਪਤਾ ਨਹੀਂ ਕਿਹੜੇ ਹਸਪਤਾਲ ਭੇਜਦਾ ਆ। ਉੱਥੇ ਮੇਰੇ ਕੋਲ ਉਹਨਾਂ ਨੇ 30-40 ਰੁਪਈਆ ਲੈ ਕੇ ਤੇ ਮੈਨੂੰ ਅੰਦਰ ਬੱਚਾ ਨਹੀਂ ਵੇਖਣ ਦਿੱਤਾ। ਹੁਣ ਬੱਚਾ ਕਿਹੜੇ ਹਸਪੀਟਲ ਐਡਮਿਟ? ਗ੍ਰੇਸ ਹਸਪੀਟਲ। ਉੱਥੇ ਵੀ ਉਹਨਾਂ ਨੇ ਮੇਰੇ ਕੋਲ ਮਰੇ ਦੇ ਬੱਚੇ ਦੇ ਪੈਸੇ ਲੈ ਲਏ ਆ। ਇੱਥੇ ਕਿਹੜੇ ਹਸਪੀਟਲ ਚ? ਅੰਬਰਸਰ। ਇੱਥੇ ਕਿਹੜੇ? ਆ ਚੇਤਨੰਦਾ। ਇਹਨਾਂ ਨੇ ਤੁਹਾਨੂੰ ਰੈਫਰ ਕੀਤਾ? ਹਾਂ, ਇਹਨਾਂ ਨੇ ਸਵੇਰੇ ਮੈਨੂੰ 4000 ਰੁਪਈਆ ਐਂਬੂਲੈਂਸ ਤੇ ਰੈਫਰ ਕੀਤਾ। ਜਦੋਂ ਮੇਰਾ ਬੱਚਾ ਜ਼ਿਆਦਾ ਖੂਨ ਆ ਗਿਆ ਉਦੋਂ ਇਹਨੇ ਮੈਨੂੰ ਬੱਚੇ ਨੂੰ ਰੈਫਰ ਕਰਤਾ। ਇਹਨਾਂ ਨੇ ਦੱਸਿਆ ਇਹ ਕੀ ਕਹਿੰਦੇ ਹੁਣ? ਇਹਨਾਂ ਨੇ ਕੁਛ ਨਹੀਂ, ਅਜੇ ਮੈਂ ਆਈ ਹਾਂ। ਅਸੀਂ ਤਾਂ ਅੰਬਰਸਰ ਉਤਰੇ ਹੀ ਅਜੇ। ਅਸੀਂ ਕੀ ਲੈ ਕੇ ਜਾਈਏ? ਕਿਹੜਾ ਪਿੰਡ ਚ ਤੁਹਾਡਾ? ਪ੍ਰੇਮ ਨਗਰ। ਕੀ ਮੰਗ ਕੀ ਕਰਦੇ? ਮੰਗ ਕੀ ਕਰਦੇ? ਕਿ ਕੋਈ ਇਨਸਾਫ ਚਾਹੀਦਾ ਕਿ ਹਰ ਇੱਕ ਦੇ ਬੱਚੇ ਗਰੀਬ ਨਾਲ ਧੱਕਾ ਨਾ ਕਰੇ, ਕਿਸੇ ਕੋਲ ਇੰਨਾ ਪੈਸਾ ਨਾ ਇਕੱਠਾ ਕਰੇ। ਕਿੰਨੇ ਪੈਸੇ? ਰੋਜ਼ ਦਾ ਪੈਸੇ ਜਮਾ ਕਰਦਾ ਰਿਹਾ, 5-5 ਹਜ਼ਾਰ 2-2 ਹਜ਼ਾਰ। ਮੈਂ ਭਾਂਡੇ ਮਾਂਜ ਕੇ ਲਿਆ ਕੇ ਦਿੰਦੀ ਰਹੀ। ਮੈਨੂੰ ਕਹਿੰਦੇ ਤੇਰਾ ਬੱਚਾ ਠੀਕ ਹੋ ਜਾਏਗਾ। ਸਵੇਰੇ ਇਹਨੇ ਮੈਨੂੰ 5 ਵਜੇ ਜਵਾਬ ਦੇਤਾ ਮੌਕੇ ਤੇ। ਉੱਥੇ ਮੇਰਾ 50-60 ਹਜ਼ਾਰ ਲਵਾ ਕੇ ਫੇਰ ਮੈਨੂੰ ਭੇਜਦਾ ਵਾ। ਹਾਂਜੀ, ਗੱਲ ਕੁਛ ਨਹੀਂ ਜੀ। ਮੇਰਾ ਭਤੀਜੀ ਹੈ, ਮੇਰੇ ਛੋਟਾ ਭਰਾ ਵਿਚਾਰਾ ਵੈਸੇ ਹੀ ਐਕਸੀਡੈਂਟ ਹੋਇਆ। ਉਹਦੀ ਲੱਤ ਬਾਂਹ ਚੱਲਦੀ, ਟੁੱਟੀ ਦੀ ਲੱਤ ਵਿਚਾਰੀ ਹੈ। ਮਿਹਨਤਾਂ ਕਰਕੇ ਲੋਕਾਂ ਦੇ ਭਾਂਡੇ ਮਾਂਜ ਕੇ ਮੇਰੀ ਮਾਂ ਨੇ ਗੁਜ਼ਾਰਾ ਕਰਵਾਇਆ। ਮੇਰੇ ਭਰਾ ਨੇ, ਮੇਰੀ ਮਾਂ ਨੇ ਗੁਜ਼ਾਰਾ ਕੀਤਾ ਆ। ਹਰ ਇੱਕ ਚੀਜ਼ ਗਹਿਣੇ ਤੱਕ ਪਾ ਛੜੀਆਂ ਨੇ, ਕਮੇਟੀਆਂ ਚੁੱਕ ਕੇ ਵਿਚਾਰੀ ਨੂੰ ਇਲਾਜ ਕਰਵਾਇਆ। ਇਹ ਡਾਕਟਰ ਸਿਰਫ ਬੱਚੇ ਨੂੰ ਮਾੜਾ ਜਿਹਾ ਬੁਖਾਰ ਹੋਇਆ ਸੀ। ਅਸੀਂ ਇਹਨੂੰ ਇੰਨੀ ਗੱਲ ਕਹੀ ਆ ਵੀ ਜੇ ਤੇਰੇ ਕੋਲ ਇਲਾਜ ਨਹੀਂ ਹੁੰਦਾ, ਬੁਖਾਰ ਆ, ਅਗਲੇ ਦਿਨ ਸਾਨੂੰ ਛੁੱਟੀ ਦੇ ਦੇ। ਇਹਨੇ ਸਾਨੂੰ ਛੁੱਟੀ ਨਹੀਂ ਦਿੱਤੀ। ਸਾਨੂੰ ਕਹਿੰਦਾ ਨਹੀਂ, ਮੈਂ ਤੁਹਾਨੂੰ ਠੀਕ ਕਰਕੇ ਭੇਜਾਂਗਾ ਤੁਹਾਡਾ ਬੱਚਾ, ਤੁਹਾਡਾ ਇਲਾਜ ਪੂਰਾ ਚੰਗੀ ਤਰ੍ਹਾਂ ਮੈਂ ਕਰਾਂਗਾ, ਘੱਟ ਪੈਸੇ ਕਰਾਂਗਾ ਤੁਹਾਨੂੰ, ਮੈਂ ਘੱਟ ਤੋਂ ਘੱਟ ਇਲਾਜ ਕਰਕੇ ਤੁਹਾਡਾ ਮੈਂ ਜਿੰਨੇ ਤੁਹਾਡੇ ਬਣਨਗੇ ਉਹ ਤੋਂ ਘੱਟ ਹੀ ਲਵਾਂਗਾ ਤੁਹਾਡੇ ਕੋਲ ਮੈਂ, ਤੀ ਬੱਚਾ ਮੇਰੇ ਕੋਲ ਹੀ ਰਹਿਣ ਦਿਓ। ਐਸੇ ਡਾਕਟਰ ਨੇ ਸਾਡੇ ਨਾਲ ਨਹੀਂ ਧੋਖਾਧੜੀ ਕੀਤੀ। ਮੇਰੀ ਮਾਂ ਨੂੰ ਆਪਣੇ ਝੱਥੇ 'ਚ ਫਸਾ ਕੇ ਰੱਖਿਆ ਤੇ ਸਾਡਾ ਬੱਚਾ ਨੇ ਰੋਜ਼ ਇਹਨੇ ਜਦੋਂ ਅਸੀਂ ਗੱਲ ਕਰਨੀ ਨਾ ਸਾਡਾ ਕੋਈ ਨਹੀਂ ਗੱਲ ਸੁਣੀ। ਬਸ ਕਹਿੰਦਾ ਠੀਕ ਆ। ਬੁਖਾਰ ਦੇ ਤੇ ਨਮੂਨੀਆ ਕਰਤਾ ਉਹਨੂੰ, ਨਮੂਨੀਆ ਤੋਂ ਉਹਨੂੰ ਇਨਫੈਕਸ਼ਨ ਕਰਤੀ। ਫਿਰ ਕਹਿੰਦਾ ਉਹਦਾ ਖੂਨ ਘੱਟ ਗਿਆ, ਕਦੀ ਕਹਿੰਦਾ ਉਹਦੇ ਸੈੱਲ ਘੱਟ ਗਏ ਨੇ, ਕਦੀ ਕਹਿੰਦਾ ਜੀ ਇਹ ਉਹਨੂੰ ਕੋਈ ਯੂਰੀਆ ਵੱਧ ਗਿਆ ਵਾ। ਪਤਾ ਨਹੀਂ ਕਿੰਨੇ ਲੱਛਣ ਦੱਸ ਛੜੇ। ਕੁੜੀ ਨੂੰ ਨੱਕ ਰਾਹੀਂ ਦੁੱਧ ਪਿਲਾਉਂਦਾ ਰਿਹਾ ਵਾ, ਫਿਰ ਆਕਸੀਜਨ ਨਾਲ ਆਤੀਆਂ। ਕਦੀ ਕਹਿੰਦਾ ਇਹਦਾ ਚਿੱਟਾ ਖੂਨ ਹੋ ਗਿਆ, ਕਦੀ ਕੁਝ ਪਤਾ ਨਹੀਂ ਕਿੰਨੇ ਡਰਾਮੇ ਲਾ ਕੇ ਸਾਡੇ ਬੱਚੇ ਨੂੰ ਜਾਣ ਬੁੱਝ ਕੇ ਸਾਨੂੰ ਛੁੱਟੀ ਨਹੀਂ ਦਿੱਤੀ। ਐਨ ਮੌਕੇ ਤੇ ਇਹਨੇ ਖੂਨ ਖਾਨ ਚਾੜ ਕੇ ਕੁੜੀ ਨੂੰ ਉਲਟੀਆਂ ਦਵਾ ਕੇ ਖੂਨ ਦੀਆਂ। ਫਿਰ ਇਹਨੇ ਸਾਡਾ ਬੱਚਾ ਨੇ ਉੱਥੇ ਰੈਫਰ ਕਰਤਾ। ਉਹ ਵੀ ਇਹਨੇ ਆਪਣੇ ਕੋਈ ਰਿਸ਼ਤੇਦਾਰਾਂ ਦੇ ਕਰ ਦਿੱਤਾ, ਜਿੱਥੇ ਸਾਡੇ ਕੋਲ ਸਵੇਰੇ ਐਂਬੂਲੈਂਸ ਦਾ 4-5 ਹਜ਼ਾਰ ਰੁਪਏ ਕੋਲ ਖੜਦਾ ਸਾਡੇ ਕੋਲੋਂ। ਉਹ ਜਿਹਦੀ ਜ਼ਿੰਮੇਵਾਰੀ ਸੀਗਾ ਇਹਨੇ ਦਾਖਲ ਕੀਤਾ ਤਾਂ ਫਿਰ ਤੂੰ ਆਪਣੇ ਪੱਲਿਓਂ ਹੁਣ ਭੇਜ। ਉੱਥੇ ਭੇਜ ਕੇ ਜਦੋਂ ਉਹਨੇ ਦੇਖਿਆ ਵੀ ਬਿਲਕੁਲ ਖਤਮ ਹੋ ਗਿਆ, ਮੈਂ ਨਹੀਂ ਬੱਚੇ ਦਾ ਇਲਾਜ ਕਰ ਸਕਦਾ, ਫਿਰ ਇਹਨੇ ਜਵਾਬ ਦਿੱਤਾ ਸਾਨੂੰ ਤੂੰ ਪਹਿਲੇ ਕਿਉਂ ਨਹੀਂ ਜਵਾਬ ਦਿੱਤਾ ਜਦ ਤੁਸੀਂ ਕਿਹਾ ਸੀ। ਤੇ ਲਾਲਚ ਬਸ ਪੈਸਾ ਖਾਂਦਾ ਏ ਲੋਕਾਂ ਕੋਲੋਂ, ਬੱਚੇ ਦੀ ਲਾਸ਼ਾਂ ਅੰਦਰ ਰੱਖ ਕੇ ਤੇ ਲੋਕਾਂ ਕੋਲ ਪੈਸੇ ਖਾਂਦਾ ਏ। ਬੜਿਆਂ ਕੋਲ ਨਕਲ ਕੀਤਾ ਆ। ਮੰਗ ਇਹੋ ਹੀ ਕਰਨੇ ਵੀ ਜਿਸ ਤਰ੍ਹਾਂ ਲੋਕਾਂ ਦੇ ਬੱਚਿਆਂ ਨਾਲ ਤਾਂ ਕਰਦਾ ਨਾ ਬੰਦ ਹੀ ਹੋਣਾ ਚਾਹੀਦਾ ਵੇ ਇਹੋ ਜਿਹੇ ਹਸਪਤਾਲ ਤੇ, ਕਿਉਂਕਿ ਇਹ ਬੱਚਿਆਂ ਨੂੰ ਜਨਮ ਨਹੀਂ ਦੇ ਰਿਹਾ। ਇਹ ਬੱਚਿਆਂ ਨੂੰ ਮਾਰ ਕੇ ਲੋਕਾਂ ਦੀ ਦਲਾਲੀ ਕਰ ਰਿਹਾ, ਅੰਦਰ ਕਮਾਈ ਖਾ ਰਿਹਾ ਲੋਕਾਂ ਦੇ ਬੱਚਿਆਂ ਦੀ। ਤੇ ਇਸੇ ਦੌਰਾਨ ਇਹ ਜਿਹੜੀ ਇਹਨਾਂ ਨੂੰ ਦੱਸਿਆ ਗਿਆ ਵੀ ਤੁਹਾਡਾ ਬੱਚਾ ਸੀਰੀਅਸ ਹੈਗਾ ਵਾ, ਤਾਂ ਇਹ 8 ਤਰੀਕ ਨੂੰ ਦਾਖਲ ਹੋਇਆ। ਅਸੀਂ ਵਿੱਚੋਂ 1-2 ਵਾਰੀ ਦਵਾਈਆਂ ਬਦਲ ਕੇ ਇਹਨਾਂ ਨੂੰ ਕਿਹਾ ਕਿ ਅਸੀਂ ਬਦਲ ਕੇ ਦੇਖ ਲੈਂਦੇ ਹਾਂ, ਚਲੋ ਜੇ ਬੱਚੇ ਤੁਹਾਡੇ ਨੂੰ ਆਰਾਮ ਆਉਂਦਾ ਤਾਂ ਅਸੀਂ ਟ੍ਰੀਟਮੈਂਟ ਕੰਟੀਨਿਊ ਰੱਖਦੇ ਹਾਂ। 17 ਤਰੀਕ ਨੂੰ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਬੱਚਾ ਜਿਹੜਾ ਵਾ ਤੁਹਾਡਾ ਅਜੇ ਵੀ ਇੰਨੇ ਦਿਨ ਹੋ ਗਏ ਠੀਕ ਨਹੀਂ ਹੋ ਰਿਹਾ, ਕਿਉਂਕਿ ਬੱਚਾ ਬਹੁਤ ਕਮਜ਼ੋਰ ਆ, ਉਹਨੂੰ ਨਮੂਨੀਆ ਹੋਇਆ ਪਿਆ ਵਾ, ਅਤੇ ਜੇ ਤੁਸੀਂ ਲੈ ਕੇ ਜਾਣਾ ਅੰਮ੍ਰਿਤਸਰ ਲੈ ਜਾਓ। ਅਤੇ ਮੈਂ ਜਦ ਤੱਕ ਤੁਸੀਂ ਲਿਖ ਕੇ ਨਹੀਂ ਦਿਓਗੇ ਮੈਨੂੰ ਵੀ ਅਸੀਂ ਇੱਥੇ ਇਲਾਜ ਕਰਾਉਣਾ ਚਾਹੁੰਦੇ ਹਾਂ ਆਪਣੇ ਰਿਸਕ 'ਤੇ, ਮੈਂ ਇਲਾਜ ਨਹੀਂ ਕਰਨਾ ਹੈਗਾ। ਅਸੀਂ ਇਹਨਾਂ ਕੋਲ ਫਾਈਲ 'ਚ ਲਿਖਾਇਆ ਵਾ, ਤੁਹਾਨੂੰ ਵੀ ਉਹਦੀ ਕਾਪੀ ਦਿੱਤੀ ਹੋਣੀ ਆ, ਫੜਾਈ ਆ ਵੀ ਅਸੀਂ ਇਹਨਾਂ ਨੇ ਲਿਖਿਆ ਕਿ ਅਸੀਂ ਅੰਮ੍ਰਿਤਸਰ ਡਾਕਟਰ ਸਾਹਿਬ ਨੇ ਸਾਨੂੰ ਕਿਹਾ ਵਾ ਜਾਣ ਵਾਸਤੇ, ਪਰ ਅਸੀਂ ਆਪਣੇ ਰਿਸਕ 'ਤੇ ਇੱਥੇ ਇਲਾਜ ਕਰਾਉਣਾ ਵਾ, ਡਾਕਟਰ ਦੀ ਇਹਦੇ 'ਚ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ। ਮੈਂ ਕਿਹਾ ਚਲੋ ਗਰੀਬ ਬੰਦੇ ਜੇ, ਅੰਮ੍ਰਿਤਸਰ ਪੈਸੇ ਬੜੇ ਲੱਗਣੇ ਤੁਹਾਡੇ, ਤਾਂ ਚਲੋ ਕੋਸ਼ਿਸ਼ ਕਰ ਲੈਂਦੇ ਹਾਂ। ਮੈਂ ਚਲੋ ਇਲਾਜ ਕਰਦੇ ਰਿਹਾ, ਬਟ ਜਿਸ ਤਰ੍ਹਾਂ ਟਾਈਮ ਗਿਆ ਵਾ ਉਹਦੇ ਇਸੇ ਦੌਰਾਨ ਅਸੀਂ ਉਹਨੂੰ ਬਲੱਡ ਵੀ ਦਿੱਤਾ ਵਾ, ਪਰ 2-3 ਦਿਨ ਤੋਂ ਜਿਹੜਾ ਇਹ ਬੱਚਾ ਸੀਗਾ ਉਹ ਇੰਪਰੂਵ ਨਹੀਂ ਸੀ ਕਰ ਰਿਹਾ।
ਤੇ ਉਹਨੂੰ ਥੋੜ੍ਹਾ ਥੋੜ੍ਹਾ ਦੁਬਾਰਾ ਖੂਨ ਆਉਣ ਲੱਗ ਪਿਆ ਉਹਦੀ ਨਾਲੀ ਦੇ ਵਿੱਚ। ਉਹਦੀ ਜਿਹੜੀ ਅਸੀਂ ਉਹ ਦੁੱਧ ਵਾਸਤੇ ਨਾਲੀ ਪਾਈ ਸੀਗੀ। ਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਬੱਚਾ ਠੀਕ ਨਹੀਂ ਲੱਗਦਾ ਹੈਗਾ, ਤੁਹਾਡਾ ਕੀ ਵਿਚਾਰ ਹੈਗਾ। ਤੇ ਇਹ ਜਿਹੜੀ ਇਹਦੀ ਦਾਦੀ ਆ ਉਹ ਕਿਤੇ ਕੰਮ ਕਰਦੀ ਸੀਗੀ, ਔਰ ਉਹ ਜਿਹੜੇ ਓਨਰ ਸੀ ਉਹ ਵੀ ਆਏ ਨਾਲ। ਉਹਨਾਂ ਨੇ ਕਿਹਾ ਡਾਕਟਰ ਸਾਹਿਬ ਗਰੀਬ ਹੈਗੇ ਆ, ਮੈਂ ਵੀ ਆਇਆ ਵਾਂ ਤੇ ਮੇਰੀ ਰਿਕੁਐਸਟ ਸੁਣ ਲਓ ਵੀ ਇਹ ਗਰੀਬ ਬੰਦੇ ਨੇ, ਤੁਸੀਂ ਕੋਸ਼ਿਸ਼ ਕਰੋ, ਕੋਈ ਗੱਲ ਨਹੀਂ, ਬਾਕੀ ਤਾਂ ਰੱਬ ਨੇ ਕਰਨਾ ਹੈਗਾ ਵਾ। ਅੱਜ ਮਾਰਨਿੰਗ ਟਾਈਮ ਮੈਂ ਜਦੋਂ 4 ਵਜੇ ਕੱਲ੍ਹ ਰਾਤੀ ਜਿਹੜਾ ਸੀਗਾ ਉਹਦੇ ਥੋੜ੍ਹਾ ਖੂਨ ਮੈਨੂੰ ਲੱਗਦਾ ਵੀ ਜ਼ਿਆਦਾ ਹੋ ਗਿਆ। ਤੇ ਮੈਂ ਇਹਨਾਂ ਨੂੰ ਕਿਹਾ ਵੀ ਖੂਨ ਜ਼ਿਆਦਾ ਆ ਰਿਹਾ, ਤੇ ਉਹ ਕਹਿੰਦੇ ਕੋਈ ਨਹੀਂ ਡਾਕਟਰ ਸਾਹਿਬ, ਅਸੀਂ ਸਵੇਰੇ ਬਲੱਡ ਮਤਲਬ ਕੋਸ਼ਿਸ਼ ਕਰਦੇ ਹਾਂ, ਦੁਬਾਰਾ ਚੜ੍ਹਾ ਲੈਂਦੇ ਹਾਂ। ਤੇ ਸਵੇਰੇ 4 ਵਜੇ ਬਲੀਡ ਜ਼ਿਆਦਾ ਸੀ, ਤੇ ਮੈਂ ਕਿਹਾ ਤੁਸੀਂ ਦੱਸੋ, ਤੇ ਉਹ ਕਹਿੰਦੇ ਕੋਈ ਨਹੀਂ ਜੀ, ਅਸੀਂ ਕੋਸ਼ਿਸ਼ ਕਰ ਲੈਂਦੇ ਹਾਂ, ਅੰਮ੍ਰਿਤਸਰ ਲੈ ਨੇ। ਮੈਂ ਚਲੋ ਲੈ ਜਾਓ। ਅੱਜ ਇਹ ਅੰਮ੍ਰਿਤਸਰ ਲੈ ਗਏ ਨੇ ਸਵੇਰੇ 4 ਵਜੇ। ਉੱਥੇ ਇਹਨਾਂ ਨੂੰ ਬਲੱਡ ਵੀ ਦਿੱਤਾ ਗਿਆ ਵਾ, ਕਿਉਂਕਿ ਬੱਚਾ ਬਹੁਤ ਕਮਜ਼ੋਰ ਸੀਗਾ, 1600-1700 ਗ੍ਰਾਮ ਸੀਗਾ, ਔਰ ਅਠਮਾਇਆ ਸੀਗਾ, ਔਰ ਜੁੜਵਾਂ ਬੱਚੇ ਸੀ, ਇੱਕ ਜਿਹੜਾ ਡੈਥ ਹੋ ਚੁੱਕੀ ਸੀ, ਤੇ ਅੰਦਰੋਂ ਬਹੁਤ ਕਮਜ਼ੋਰ ਸੀ। ਇਹਦਾ CT ਸਕੈਨ ਹੋਇਆ ਵਾ ਛਾਤੀ ਦਾ, ਤੇ ਉਹਦੇ 'ਚ ਵੀ ਨਮੂਨੀਆ ਸੀਗਾ ਬੱਚੇ ਨੂੰ। ਸੋ ਬੱਚਾ ਬਹੁਤ ਜ਼ਿਆਦਾ ਤੰਗ ਸੀਗਾ। ਤੇ ਉੱਥੇ ਡਾਕਟਰ ਨੇ ਕਾਫੀ ਕੋਸ਼ਿਸ਼ ਕੀਤੀ ਆ, ਤੇ ਉਹਨਾਂ ਨੇ ਬਲੱਡ ਵੀ ਚਾੜਿਆ ਇਹਨੂੰ, ਬੱਚੇ ਨੂੰ ਸੈੱਲ ਵੀ ਘੱਟ ਸੀਗੇ, ਤੇ ਪਰ ਬੱਚੇ ਦੀ ਡੈਥ ਹੋ ਗਈ ਆ। ਦੇਸ਼ ਦੀ ਰੱਖਿਆ ਕਰਦਾ ਇਤਿਹਾਸਿਕ ਨਗਰ ਪਿੰਡ ਸਲੌਦੀ ਸਿੰਘਾਂ ਦੀ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਲੇਹ ਲਦਾਖ ਵਿੱਚ ਸ਼ਹੀਦੀ ਪ੍ਰਾਪਤ ਕਰ ਗਿਆ, ਜਿਸ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਬੀਤੇ ਦਿਨ ਲੇਹ ਲਦਾਖ ਵਿੱਚ ਡਿਊਟੀ ਤੋਂ ਪਰਤ ਰਹੇ ਫੌਜੀ ਨੌਜਵਾਨਾਂ ਦੀ ਗੱਡੀ ਬਰਫ਼ ਵਿੱਚ ਧੱਸਣ ਕਾਰਨ ਖੱਡ ਵਿੱਚ ਜਾ ਡਿੱਗੀ ਸੀ। ਇਸ ਫੌਜ ਦੀ ਸਰਕਾਰੀ ਗੱਡੀ ਵਿੱਚ 3 ਨੌਜਵਾਨ ਸਵਾਰ ਸਨ, ਜਿਨ੍ਹਾਂ ਵਿੱਚ ਪਿੰਡ ਸਲੌਦੀ ਸਿੰਘਾਂ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਦੀ ਸਵਾਰ ਸੀ, ਜੋ ਕਿ ਇਸ ਹਾਦਸੇ ਵਿੱਚ ਸ਼ਹੀਦ ਹੋ ਗਿਆ। ਉੱਥੋਂ ਆਉਂਦੇ ਸੀਗੇ, ਇੱਥੋਂ ਗੱਡੀ ਦੇ ਵਿੱਚ ਆਉਂਦੇ ਬਰਫ਼ ਦੇ ਤੋਂ ਗੱਡੀ ਤਿਲਕ ਪਈ। ਕਿੱਥੇ ਸੀਗੇ ਡਿਊਟੀ? ਇਹ ਲੇਹ ਤੋਂ ਉੱਪਰ ਸੀ ਇਲਾਕ। ਕਦੋਂ ਪਤਾ ਲੱਗਿਆ ਤੁਹਾਨੂੰ, ਕਿਵੇਂ ਜਾਣਕਾਰੀ ਮਿਲੀ? ਸਾਨੂੰ ਇਹਨਾਂ ਨੇ 11 ਵਜੇ ਫੋਨ ਮੰਗਿਆ ਜੀ, ਦੂਏ ਛੋਟੇ ਮੁੰਡੇ ਦਾ, ਰਾਤ ਨੂੰ। ਤੇ ਛੋਟਾ ਮੁੰਡਾ ਸਾਡਾ ਸਿੱਕਮ ਹਸਾਮ 'ਚ। ਕਿੰਨੇ ਬੇਟੇ ਨੇ ਤੁਹਾਡੇ? 3 ਬੇਟੇ ਹੈ। ਕਿੰਨੇ ਨੇ ਆਰਮੀ ਦੀ ਸੇਵਾ? ਆਰਮੀ 'ਚ 2 ਸੀਗੇ, ਛੋਟਾ ਘਰੇ ਪ੍ਰਾਈਵੇਟ ਹੈ। ਕਦੋਂ ਭਰਤੀ ਹੋਏ ਸੀਗੇ? ਭਰਤੀ ਇਹ ਹੋਏ 2008 'ਚ। 2008 ਵਿੱਚ। ਕਿੰਨੇ ਬੱਚੇ? 2 ਗੁੱਡੀਆਂ ਨੇ। ਬੇਟਾ ਇੱਕ ਸ਼ਹੀਦ ਹੋਇਆ। ਹਾਂ, ਇਹ ਤਾਂ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਬਰਫ਼ ਦੀ ਸਲਾਈਡਿੰਗ ਹੋਣ ਕਾਰਨ ਇਹ ਹਾਦਸਾ ਹੋਇਆ, ਜਿਹਦਾ ਰਾਤ 12 ਵਜੇ ਇਹਨਾਂ ਦੇ ਘਰਦਿਆਂ ਨੂੰ ਮੈਸੇਜ ਫੋਨ ਕਰਕੇ ਹੀ ਦਿੱਤਾ ਗਿਆ। ਇਹਨਾਂ ਦੇ ਬ੍ਰਦਰ ਨੂੰ, ਜਿਹੜਾ ਦੂਜਾ ਮਿਲਟਰੀ 'ਚ ਜੌਬ ਕਰਦਾ, ਇਹਨੂੰ ਦੇਖ ਕੇ ਉਹ ਭਰਤੀ ਹੋਇਆ ਸੀਗਾ। ਇਹਨਾਂ ਨੂੰ ਕਿਉਂਕਿ ਪਰਿਵਾਰ ਪਹਿਲੇ ਦਿਨ ਤੋਂ ਹੀ ਦੇਸ਼ ਭਗਤੀ ਵੱਲ ਹੈ, ਅਤੇ ਇਹਨਾਂ ਦਾ ਜਜ਼ਬਾ ਵੀ ਫੌਜ 'ਚ ਜਾਣ ਦਾ ਹੀ ਪਹਿਲੇ ਬੱਚਿਆਂ ਦਾ ਪਹਿਲੇ ਦਿਨ ਤੋਂ ਹੀ। ਛੋਟੇ ਨੂੰ ਵੱਡੇ ਨੂੰ ਦੇਖ ਕੇ ਛੋਟਾ ਭਰਤੀ ਹੋ ਗਿਆ, ਪਰ ਹੁਣ ਜਿਹੜਾ ਪੁੱਤ ਹੱਥੋਂ ਗਵਾ ਲਿਆ, ਅਸੀਂ ਆਪਣਾ ਜਵਾਈ ਹੱਥੋਂ ਗਵਾ ਲਿਆ ਸੀ, ਉਹ ਘਾਟਾ ਨਾ ਪੂਰਾ ਹੋ ਸਕਦਾ, ਨਾ ਹੋਣਾ, ਨਾ ਹੀ ਕੋਈ ਦੇਸ਼ ਪੂਰਾ ਕਰ ਸਕਦਾ। ਰਾਤੀ ਫੋਨ ਆਇਆ ਸੀ STD ਤੋਂ, ਕਹਿੰਦੇ ਵੀ ਇੱਦਾਂ ਫਾਦਰ ਸਾਹਿਬ ਦਾ ਨੰਬਰ ਚਾਹੀਦਾ। ਮੈਂ ਕਿਹਾ ਮੈਂ ਫੈਮਿਲੀ ਮੈਂਬਰ ਹਾਂ, ਮੈਨੂੰ ਦੱਸੋ। ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਫਿਰ ਉਹਨਾਂ ਨੇ ਘਰੇ ਤੇ ਫੋਨ ਕੀਤਾ, ਉਹਨਾਂ ਨਾਲ ਵੀ ਇੰਨੀ ਕਨਫਰਮ ਨਹੀਂ ਗੱਲ ਕੀਤੀ, ਨਹੀਂ ਕਹਿੰਦੇ ਠੀਕ ਹੈ ਸਾਰਾ। ਫਿਰ ਸਾਡੇ ਮੇਰਾ ਦਿਓਰ ਹੈ ਛੋਟਾ, ਉਹਦੀ ਜੁੰਟ ਵਿੱਚ ਫੋਨ ਕੀਤਾ, ਉਹਨੂੰ ਸਾਰੀ ਗੱਲ ਦੱਸੀ ਆ ਉਹਨਾਂ ਨੇ। ਤੁਹਾਡੀ ਲਾਸਟ ਕਦੋਂ ਗੱਲਬਾਤ ਹੋਈ? ਸਾਢੇ 11 ਵਜੇ ਦੇ ਕਰੀਬ ਹੋਈ ਹੈ। ਕੀ ਕਿਹਾ ਜਾ ਰਿਹਾ ਸੀ ਉਹਨਾਂ ਵੱਲੋਂ? ਉਹ ਕਹਿੰਦੇ ਅਸੀਂ ਨੀਚੇ ਡਾਊਨ ਹੋ ਰਹੇ ਹਾਂ ਜੁੰਟ, ਅਸੀਂ ਨੀਚੇ ਜਾ ਕੇ ਵੀਡੀਓ ਕਾਲ ਕਰਾਂਗੇ, ਉੱਥੇ ਨੈੱਟ ਆ ਜਾਊਗਾ। ਅਸਲਾ ਲਾਇਸੈਂਸ ਬਣਾਉਣ ਲਈ ਨਵੇਂ ਹੱਥਕੰਡੇ ਵਰਤੇ ਜਾ ਰਹੇ ਹਨ, ਤੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਬਾਘਾ ਪੁਰਾਣਾ ਵਿੱਚ ਪੇਸ਼ ਆਇਆ, ਜਿੱਥੇ ਗੈਂਗਸਟਰਾਂ ਦਾ ਨਾਮ ਵਰਤ ਕੇ ਆਪਣੇ ਘਰ ਤੇ ਖੁਦ ਹੀ ਗੋਲੀਆਂ ਚਲਾਉਣ ਦਾ ਮਾਮਲਾ 48 ਘੰਟਿਆਂ ਵਿੱਚ ਟਰੇਸ ਕੀਤਾ ਗਿਆ, ਤੇ 3 ਦੋਸ਼ੀਆਂ ਨੂੰ 315 ਬੋਰ ਦੇਸੀ ਕੱਟਾ ਅਤੇ 32 ਬੋਰ ਰਿਵਾਲਵਰ ਸਮੇਤ ਗ੍ਰਿਫਤਾਰ ਕੀਤਾ ਹੈ। ਬਹਰਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਪਰਸੋਂ ਸਵੇਰੇ ਮੋਗਾ ਪੁਲਿਸ ਨੂੰ ਇੱਕ ਵਾਰਦਾਤ ਦੇ ਬਾਰੇ ਇਨਫੋਰਮੇਸ਼ਨ ਮਿਲੀ ਸੀ ਕਿ ਸਵੇਰੇ 3:45 ਵਜੇ ਦੇ ਕਰੀਬ ਬੰਬੀਹਾ ਭਾਈ ਪਿੰਡ ਵਿੱਚ ਤਰਲੋਚਨ ਸਿੰਘ ਜਿਹੜੇ ਰਹਿੰਦੇ ਹੈਗੇ ਨੇ, ਇਹਨਾਂ ਦੇ ਘਰੇ ਕੁਝ ਬੰਦੇ ਅਣਪਛਾਤੇ ਆ ਕਰਕੇ ਫਾਇਰਿੰਗ ਕਰਕੇ ਚਲੇ ਗਏ। ਔਰ ਇਸ ਤੋਂ ਪਹਿਲਾਂ ਇਹਨਾਂ ਨੂੰ ਇੱਕ ਥ੍ਰੈਟ ਕਾਲ ਵੀ ਆਈ ਸੀਗੀ 2 ਤਰੀਕ ਨੂੰ, ਜਿਹਦੇ ਵਾਸਤੇ ਇਹਨਾਂ ਨੇ ਕੰਪਲੇਂਟ ਮੈਨੂੰ ਵੀ ਦਿੱਤੀ ਸੀਗੀ, ਥਾਣੇ ਵਿੱਚ ਵੀ ਦਿੱਤੀ ਸੀਗੀ ਕਿ ਇੱਕ ਇੰਟਰਨੈਸ਼ਨਲ ਨੰਬਰ ਤੋਂ WhatsApp ਰਾਹੀਂ ਇਹਨਾਂ ਨੂੰ ਕਾਲ ਆਈ ਸੀਗੀ। ਤਾਂ ਇਹਨਾਂ ਨੇ ਇਹ ਦੱਸਿਆ ਕਿ ਇਹੋ ਜਿਹੀ ਵਾਰਦਾਤ ਹੋਈ ਹੈਗੀ ਹੈ ਔਰ ਕੁਝ ਅਣਪਛਾਤੇ ਵਿਅਕਤੀਆਂ ਨੇ ਵਾਰਦਾਤ ਕੀਤੀ ਹੈਗੀ ਹੈ, ਅਤੇ ਕਾਫੀ ਗੰਭੀਰ ਹੈਗਾ। ਇਸ ਗੰਭੀਰਤਾ ਨੂੰ ਲੈਂਦੇ ਹੋਏ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਸੀਗੀਆਂ। DSP ਬਾਘਾ ਪੁਰਾਣਾ ਦੀ ਸੁਪਰਵਿਜ਼ਨ ਹੇਠ ਆਪਣੇ SHO ਸਮਾਲ ਸਰ, SHO ਬਾਘਾ ਪੁਰਾਣਾ ਅਤੇ ਇੰਚਾਰਜ CIA ਬਾਘਾ ਪੁਰਾਣਾ,
ਔਰ ਇਹਦੀ ਤਫਤੀਸ਼ ਆਪਾਂ ਜਦੋਂ ਕਰ ਰਹੇ ਸੀਗੇ ਸਾਇੰਟੀਫਿਕ ਤਰੀਕੇ ਦੇ ਨਾਲ ਟੈਕਨੀਕਲ ਐਨਾਲਿਸਿਸ ਵਗੈਰਾ ਕਰਕੇ ਔਰ ਹਿਊਮਨ ਇੰਟੈਲੀਜੈਂਸ ਵਗੈਰਾ ਲਗਾ ਕਰਕੇ, ਤੇ ਸਾਨੂੰ ਇਹ ਸ਼ੱਕ ਹੋਇਆ ਕਿ ਇਹ ਜਿਹੜੀ ਵਾਰਦਾਤ ਹੈਗੀ ਹੈ ਇਹਦੇ ਵਿੱਚ ਕੁਝ ਨਾ ਕੁਝ ਹੇਰਾ ਫੇਰੀ ਹੈ। ਤੇ ਜਦੋਂ ਫਿਰ ਆਪਾਂ ਜੋ ਕੰਪਲੇਨੈਂਟ ਸਾਡਾ ਹੈਗਾ ਤਿਰਲੋਚਨ ਸਿੰਘ, ਇਹਨਾਂ ਨੂੰ ਬੁਲਾ ਕਰਕੇ ਇਹਨਾਂ ਦੀ ਪੁੱਛਗਿੱਛ ਕੀਤੀ ਹੈਗੀ ਹੈ, ਤੇ ਇਹਨਾਂ ਨੇ ਫਿਰ ਮੰਨ ਲਿਆ ਹੈਗਾ ਕਿ ਜਿਹੜੀ 2 ਤਰੀਕ ਦੀ ਸੀਗੀ ਇਹ ਕਾਲ ਆਈ ਸੀ ਇਹਨਾਂ ਨੂੰ WhatsApp ਤੇ, ਉਹ ਕਾਲ ਜੈਨੂਇਨ ਸੀਗੀ, ਜੋ ਸਾਡੀ ਵੀ ਤਫਤੀਸ਼ ਕਹਿੰਦੀ ਕਿ ਇਹ ਜੈਨੂਇਨ ਸੀਗੀ। ਬਟ ਉਸ ਤੋਂ ਬਾਅਦ ਕਿਉਂਕਿ ਇਹਨਾਂ ਦਾ ਅਸਲਾ ਲਾਇਸੈਂਸ ਨਹੀਂ ਬਣਦਾ ਪਿਆ ਸੀਗਾ, ਪਹਿਲਾਂ ਕਾਫੀ ਵਾਰੀ ਇਹਨਾਂ ਨੇ ਗੁਹਾਰ ਲਾਈ ਹੈਗੀ ਹੈ, ਤੋ ਉਹਨੂੰ ਬਣਵਾਉਣ ਵਾਸਤੇ ਇਹਨਾਂ ਨੇ ਸਾਰਾ ਪਲਾਟ ਰਚਿਆ ਔਰ ਇਹਦੇ ਵਿੱਚ ਇਹਨਾਂ ਨੇ 2 ਵੈਪਨ ਪ੍ਰੋਕਿਓਰ ਕੀਤੇ ਜਿਹੜੇ ਤੁਹਾਡੇ ਸਾਹਮਣੇ ਇੱਥੇ ਰੱਖੇ ਹੋਏ ਨੇ। ਇੱਕ ਫੌਜੀ ਹੈਗਾ, ਆਪਣਾ ਹੈਗਾ ਇਹਦਾ ਸੁਖਵੰਤ ਸਿੰਘ ਉਰਫ ਫੌਜੀ, ਇਹਦੇ ਰਾਹੀਂ ਇਹਨਾਂ ਨੇ ਚੀਦਾ ਪਿੰਡ ਦਾ ਰਹਿਣ ਵਾਲਾ ਹੈਗਾ, ਇਹਦੇ ਰਾਹੀਂ ਇਹਨਾਂ ਨੇ ਇਲੀਗਲ ਵੈਪਨ ਜਿਹੜਾ ਹੈਗਾ ਉਹ ਪ੍ਰੋਕਿਓਰ ਕੀਤਾ। ਤੇ ਕੁਲਵਿੰਦਰ ਸਿੰਘ ਕਿੰਦਾ ਹੈਗਾ, ਬਰਗਾੜੀ ਪਿੰਡ ਦਾ ਰਹਿਣ ਵਾਲਾ ਹੈਗਾ, ਇਹਦੇ ਰਾਹੀਂ ਇਹਨਾਂ ਨੇ ਲਾਇਸੈਂਸੀ ਰਿਵਾਲਵਰ ਜਿਹੜਾ ਹੈਗਾ ਉਹਦਾ ਪ੍ਰੋਕਿਓਰ ਕੀਤਾ। ਔਰ ਉਦੋਂ ਗੋਲੀਆਂ ਚਲਾ ਕਰਕੇ ਇਹ ਜਿਹੜਾ ਪਲਾਟ ਤਿਆਰ ਕੀਤਾ ਗਿਆ ਸੀਗਾ ਕਿ ਬੰਦੇ ਆਏ, ਉਹਨਾਂ ਨੇ ਦੀਵਾਰਾਂ ਟੱਪੀਆਂ ਤੇ ਅੰਦਰ ਆ ਕਰਕੇ ਫਾਇਰਿੰਗ ਕੀਤੀ, ਤੇ ਫਾਇਰਿੰਗ ਵਿੱਚ 12-13 ਰਾਊਂਡ ਇਹਨਾਂ ਨੇ ਕਹੇ ਸੀਗੇ ਫਾਇਰ ਹੋਏ। ਸਾਡੀ ਤਫਤੀਸ਼ ਕਹਿੰਦੀ ਕਿ 5-7 ਰਾਊਂਡ ਫਾਇਰ ਹੋਏ ਨੇ ਉੱਤੇ, ਔਰ ਉਸ ਤੋਂ ਬਾਅਦ ਉਹ ਬੰਦੇ ਗੱਡੀ 'ਚ ਬਹਿ ਕਰਕੇ ਉੱਥੋਂ ਭੱਜ ਗਏ। ਤੋ ਹੁਣ ਸਾਡੀ ਤਫਤੀਸ਼ ਇਹ ਕਹਿੰਦੀ ਹੈਗੀ ਕਿ ਇਹਨਾਂ ਨੇ ਵੈਪਨਸ ਆਪ ਪ੍ਰੋਕਿਓਰ ਕੀਤੇ ਸੀਗੇ ਔਰ ਵੈਪਨ ਵੀ ਆਪਾਂ ਰਿਕਵਰ ਕਰਾ ਲਏ ਹੈਗੇ ਨੇ। ਹੁਣ ਇਹਨਾਂ ਦਾ ਆਪਾਂ ਫੋਰੈਂਸਿਕ ਰਾਹੀਂ ਮਿਲਾਨ ਵੀ ਕਰਵਾਵਾਂਗੇ ਅੱਗੇ, ਔਰ ਇਹਨਾਂ ਨੇ ਆਪ ਵੀ ਇਹ ਗੱਲ ਮੰਨ ਲਈ ਹੈਗੀ ਹੈ ਕਿ ਇਹ ਸਾਰਾ ਪਲਾਟ ਇਹਨਾਂ ਨੇ ਤਿਆਰ ਕਰਾਇਆ ਸੀਗਾ ਜਸਟ ਟੂ ਪ੍ਰੋਕਿਓਰ ਅ ਵੈਪਨ ਲਾਇਸੈਂਸ। ਬਟਾਲਾ ਨਗਰ ਨਿਗਮ ਤਹਿਤ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਧਰਨੇ ਤੇ ਬੈਠੇ ਇਹਨਾਂ ਕੱਚੇ ਮੁਲਾਜ਼ਮਾਂ ਨੇ ਕਿਹਾ ਹੈ ਕਿ ਉਹ ਲੰਮੇ ਸਮੇਂ ਤੋਂ ਠੇਕੇਦਾਰੀ ਪ੍ਰਣਾਲੀ ਤਹਿਤ ਨੌਕਰੀਆਂ ਕਰ ਰਹੇ ਹਨ, ਜਦਕਿ ਪੰਜਾਬ ਦੀ ਕੋਈ ਵੀ ਹੋਰ ਨਗਰ ਨਿਗਮ 'ਚ ਕੋਈ ਵੀ ਕਰਮਚਾਰੀ ਜਾਂ ਸਫਾਈ ਦਾ ਕੰਮ ਠੇਕੇ ਅਧੀਨ ਨਹੀਂ ਹੈ ਅਤੇ ਬਟਾਲਾ ਵੀ ਨਗਰ ਨਿਗਮ ਹੈ, ਲੇਕਿਨ ਇੱਥੇ ਹੁਣ ਫਿਰ ਦੁਬਾਰਾ ਤੋਂ ਸਫਾਈ ਦਾ ਕੰਮ ਠੇਕੇ ਤੇ ਦੇਣ ਜਾ ਰਹੇ ਹਨ, ਜਿਸ ਦਾ ਉਹ ਵਿਰੋਧ ਕਰਦੇ ਹਨ। ਅੱਜ ਦੀ ਜਿਹੜੀ ਗੇਟ ਰੈਲੀ ਆ ਨਗਰ ਨਿਗਮ ਬਟਾਲਾ ਵਿੱਚ ਠੇਕੇਦਾਰੀ ਨੂੰ ਬੰਦ ਕਰਨ ਦੇ ਸੰਬੰਧ ਦੇ ਵਿੱਚ ਰੱਖੀ ਗਈ ਹੈ। ਲਗਭਗ ਕਈ ਵਾਰੀ ਕਈ ਅਫਸਰਾਂ ਨੂੰ ਸਮੇਂ-ਸਮੇਂ ਤੇ ਜਿਹੜੇ ਮੌਕੇ ਦੇ ਕਮਿਸ਼ਨਰ ਆਏ ਆ, ਹਰ ਵਾਰ ਉਹਨਾਂ ਨੂੰ ਠੇਕੇਦਾਰੀ ਪ੍ਰਥਾ ਨੂੰ ਬੰਦ ਕਰਨ ਦਾ ਮੰਗ ਪੱਤਰ ਦਿੱਤਾ ਗਿਆ ਹੈ, ਪਰ ਉਹਦੇ ਫਲਸਰੂਪ ਅੱਜ ਵੀ ਸਾਡੇ ਜਿਹੜੇ ਮੈਡਮ ਨਵੇਂ ਕਮਿਸ਼ਨਰ ਜੀ ਆਏ ਨੇ, ਉਹਨਾਂ ਨੇ ਇੱਕ ਨਗਰ ਨਿਗਮ ਵੱਲੋਂ ਇੱਕ ਯਾਨੀ ਕਿ ਮਤਾ ਪਾਸ ਕੀਤਾ ਗਿਆ ਹੈ, ਟੈਂਡਰ ਦੁਬਾਰਾ ਆਨਲਾਈਨ ਕੀਤਾ ਗਿਆ ਹੈ। ਸੋ ਇਹਦੀ ਆਪਾਂ ਸਖਤ ਨਿਖੇਧੀ ਕਰਦੇ ਹਾਂ ਔਰ ਇਹਦਾ ਸਖਤ ਵਿਰੋਧ ਕਰਦੇ ਹਾਂ। ਜੇਕਰ ਨਗਰ ਨਿਗਮ ਪ੍ਰਸ਼ਾਸਨ ਨੇ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਤੇ ਸਫਾਈ ਕਰਮਚਾਰੀ ਨਗਰ ਨਿਗਮ ਬਟਾਲਾ ਦੇ ਪੱਕੇ ਕਰਮਚਾਰੀ ਔਰ ਕੱਚੇ ਕਰਮਚਾਰੀ ਰਲ ਕੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ। ਔਰ ਜਿਹੜੀ ਸਾਡੀ ਪੰਜਾਬ ਸਰਕਾਰ ਦੇ ਨਾਲ ਮੰਗ ਚੱਲਦੀ ਪਈ ਹੈ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਫਾਈ ਕਰਮਚਾਰੀਆਂ ਨੂੰ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਉਹਨਾਂ ਨੂੰ ਕੰਟਰੈਕਟ ਤੇ ਭਰਤੀ ਕਰ ਲਿੱਤਾ ਹੈ, ਜਦ ਕਿ ਹੁਣ ਨਗਰ ਕੌਂਸਲ ਤੋਂ ਇਹਨੂੰ ਨਗਰ ਨਿਗਮ ਦਾ ਦਰਜਾ ਬਟਾਲੇ ਸਿਟੀ ਨੂੰ ਮਿਲ ਚੁੱਕਾ ਹੈ। ਮੈਂ ਕਦੀ ਵੀ ਅੱਜ ਤੱਕ ਕਿਸੇ ਕਾਰਪੋਰੇਸ਼ਨ ਦੇ ਵਿੱਚ ਕਿਸੇ ਵੀ ਕਰਮਚਾਰੀ ਨੂੰ ਠੇਕੇ ਤੇ ਨਹੀਂ ਵੇਖਿਆ। ਜਦੋਂ ਵੀ ਕਾਰਪੋਰੇਸ਼ਨਾਂ ਬਣਦੀਆਂ ਹੈ, ਕਾਰਪੋਰੇਸ਼ਨਾਂ ਦੇ ਵਿੱਚ ਉਹ ਬੰਦਿਆਂ ਨੂੰ ਕੰਟਰੈਕਟ ਤੇ ਭਰਤੀ ਕੀਤਾ ਜਾਂਦਾ ਹੈ। ਔਰ ਪੂਰੇ ਪੰਜਾਬ ਦੇ ਵਿੱਚ ਪਹਿਲੀ ਕਾਰਪੋਰੇਸ਼ਨ ਦੇਖੀ ਆ ਕਿ ਜਿਹਦੇ ਵਿੱਚ ਸਫਾਈ ਕਰਮਚਾਰੀਆਂ ਨੂੰ ਆਪਣੇ ਇੱਕ ਥੋਪਿਆ ਜਾ ਰਿਹਾ ਉਹਨਾਂ ਤੇ ਠੇਕੇਦਾਰੀ ਪ੍ਰਥਾ, ਜਿਹਦੇ ਪੂਰੇ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾਂਦਾ ਵਾ। ਔਰ ਸਮੂਹ ਪੰਜਾਬ ਦੀ ਜਥੇਬੰਦੀ ਵੱਲੋਂ ਨਗਰ ਨਿਗਮ ਪ੍ਰਸ਼ਾਸਨ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਔਰ ਮਾਨਯੋਗ ਸਾਡੇ ਲੋਕਲ ਬਾਡੀ ਡਾਇਰੈਕਟਰ ਪਨੀਤ ਗੋਇਲ ਜੀ ਨੂੰ ਇੱਕ ਸਾਡੀ ਪੰਜਾਬ ਦੀ ਜਥੇਬੰਦੀ ਵੱਲੋਂ ਔਰ ਇੱਕ ਲੋਕਲ ਸਾਡੇ ਬਟਾਲਾ ਵੱਲੋਂ ਇੱਕ ਚਿੱਠੀ ਭੇਜ ਦਿੱਤੀ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਦੀ ਧਾਰੀਵਾਲ ਪੁਲਿਸ ਨੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਾਰੀਵਾਲ ਥਾਣਾ ਮੁਖੀ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਏਐਸਆਈ ਬਲਵੀਰ ਸਿੰਘ ਪੁਲਿਸ ਪਾਰਟੀ ਨਾਲ ਮਿਲ ਗਰਾਊਂਡ ਅਤੇ ਮਿਲ ਕੁਆਟਰਾਂ ਵਿੱਚ ਗਸ਼ਤ ਕਰ ਰਹੇ ਸਨ ਤਾਂ ਮਿਲ ਗਰਾਊਂਡ ਦੀਆਂ ਝਾੜੀਆਂ ਵਿੱਚ 2 ਨੌਜਵਾਨ ਨਸ਼ਾ ਕਰਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਕਾਬੂ ਕੀਤਾ ਤੇ ਉਹਨਾਂ ਕੋਲੋਂ ਸਿਲਵਰ ਪੇਪਰ ਲਾਈਟਰ ਵੀ ਬਰਾਮਦ ਕੀਤਾ ਗਿਆ। ਦੋਨਾਂ ਨੌਜਵਾਨਾਂ ਦੀ ਪਹਿਚਾਣ ਦਲੀਪ ਕੁਮਾਰ ਵਾਸੀ ਮਾਡਲ ਟਾਊਨ, ਲਵਲੀ ਵਾਸੀ ਪਿੰਡ ਬਾਇਆ, ਇਹਨਾਂ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ। ਸੇ ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਮਿਲ ਗਰਾਊਂਡ ਧਾਰੀਵਾਲ ਜਿਹੜੀਆਂ ਝਾੜੀਆਂ ਵਿੱਚੋਂ 2 ਨੌਜਵਾਨ ਜਿਹੜੇ ਆ ਉਹ ਸੇਵਨ ਨਸ਼ੇ ਦਾ ਕਰਦੇ, ਉਹਨਾਂ ਨੂੰ ਜਿਹੜਾ ਅਰੈਸਟ ਕੀਤਾ ਸੀ, ਜਿਨ੍ਹਾਂ ਦਾ ਨਾਮ ਦਲੀਪ ਕੁਮਾਰ ਵਾਸੀ ਮਾਡਲ ਟਾਊਨ, ਸੈਕੰਡ ਲਵਲੀ ਵਾਸੀ ਪਿੰਡ ਬਾਈਆਂ ਥਾਣਾ ਤਿੱਬੜ ਜਿਹੜਾ ਮਾਲੂਮ ਹੋਇਆ, ਤੇ ਜਿਨ੍ਹਾਂ ਪਾਸੋਂ ਜਿਹੜਾ ਵਾ ਉਹ ਲਾਈਟਰ ਤੇ ਸਿਲਵਰ ਪੇਪਰ ਜਿਨ੍ਹਾਂ ਤੇ ਉਹ ਨਸ਼ੇ ਦਾ ਸੇਵਨ ਕਰ ਰਹੇ ਸੀ, ਹੈਰੋਇਨ ਦਾ ਨਸ਼ਾ ਕਰ ਰਹੇ ਸੀਗੇ, ਉਹ ਬਰਾਮਦ ਕਰ ਲਿਆ ਤੇ ਉਹਨਾਂ ਦੇ ਖਿਲਾਫ FIR ਦਰਜ ਕਰ ਲਈ ਆ।
ਅੱਜ ਉਹਨਾਂ ਦਾ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਜਿਹੜਾ ਡੋਪ ਟੈਸਟ ਕਰਵਾਇਆ ਜਾ ਰਿਹਾ। ਡੋਪ ਟੈਸਟ ਕਰਾ ਕੇ ਤੇ ਉਹਨਾਂ ਨੂੰ ਮਾਨਯੋਗ ਕੋਰਟ ਵਿੱਚ ਜਿਹੜਾ ਪੇਸ਼ ਕੀਤਾ ਜਾਊਗਾ। ਸੈਕੰਡ SI ਓਂਕਾਰ ਸਿੰਘ ਨੇ ਸ਼ਾਮ ਦੇ ਟਾਈਮ ਤਰੀਜਾ ਨਗਰ ਬਾਈਪਾਸ ਨਾਕਾਬੰਦੀ ਦੇ ਦੌਰਾਨ 2 ਮੋਟਰਸਾਈਕਲ ਸਵਾਰ ਜਿਹੜੇ ਆ ਉਹ ਰੋਕ ਕੇ ਉਹਨਾਂ ਦੀ ਤਲਾਸ਼ੀ ਕੀਤੀ ਆ ਤੇ ਜਿਹੜਾ ਅੰਮ੍ਰਿਤਪਾਲ ਸਿੰਘ ਵਾਸੀ ਸੋਹਲ ਨਿੱਕਾ ਧਾਰੀਵਾਲ ਆ ਉਹਦੇ ਜਿਹੜੀ ਜੇਬ ਵਿੱਚੋਂ ਜਿਹੜੀ ਆ 5 ਗ੍ਰਾਮ ਹੈਰਨ ਜਿਹੜੀ ਬਰਾਮਦ ਹੋਈ ਆ ਤੇ ਉਹਦੇ ਨਾਲ ਜਿਹੜਾ ਮੋਟਰਸਾਈਕਲ ਤੇ ਬੈਠਾ ਸੀ ਉਸ ਦਾ ਨਾਂ ਹਰਮਨ ਵਾਸੀ ਨਿੱਕਾ ਧਾਰੀਵਾਲ ਮਾਲੂਮ ਹੋਇਆ। ਇਹ ਦੋਨਾਂ ਦੇ ਖਿਲਾਫ ਵੀ ਜਿਹੜੀ NDPS ਐਕਟ ਦੀ ਧਾਰਾਵਾਂ ਤਹਿਤ ਜਿਹੜੀ FIR ਦਰਜ ਕਰ ਲਈ ਆ। ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਉਹਨਾਂ ਦਾ ਰਿਮਾਂਡ ਲਵਾਂਗੇ ਤੇ ਹੋਰ ਡੂੰਘਾਈ ਦੇ ਨਾਲ ਜਿਹੜੀ ਪੁੱਛਗਿੱਛ ਕਰਾਂਗੇ। ਖਬਰ ਫਤਿਹਗੜ੍ਹ ਸਾਹਿਬ ਤੋਂ ਹੈ, ਜਿੱਥੇ ਪੰਜਾਬ ਵਿਧਾਨ ਸਭਾ ਵਿੱਚ 27 ਜੂਨ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਮ ਆਦਮੀ ਦੀ ਚੋਣ ਮੈਨੀਫੈਸਟੋ ਵਿੱਚ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਦਾਅਵਾ ਕੀਤਾ ਗਿਆ ਸੀ, ਜੋ ਕਿ ਪੂਰਾ ਨਹੀਂ ਕੀਤਾ ਗਿਆ। ਤਾਂ 28 ਜੂਨ ਨੂੰ ਪੰਜਾਬ ਵਿਧਾਨ ਸਭਾ ਵੱਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪੈਨਸ਼ਨ ਪ੍ਰਾਪਤੀ ਪੰਜਾਬ ਦਾ ਸਟੇਟ ਕੋ ਕਨਵੀਨਰ ਰਣਜੀਤ ਸਿੰਘ ਤੇ ਹੈਲਥ ਡਿਪਾਰਟਮੈਂਟ ਤੋਂ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਜਿਹੜਾ ਸਟੇਟ ਬਾਡੀ ਕੰਨੀ ਤੋਂ 28 ਤਰੀਕ ਦਾ ਐਕਸ਼ਨ ਲਿਖਿਆ ਗਿਆ ਵਿਧਾਨ ਸਭਾ ਕੰਨੀ ਨੂੰ ਪੈਦਲ ਮਾਰਚ ਕਰਨ ਦਾ, ਉਸ ਸੰਬੰਧੀ ਅੱਜ ਅਸੀਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਆਪਣੇ ਸਾਥੀਆਂ ਨੂੰ ਪ੍ਰੈਸ ਦੇ ਥਰੂ ਇਹ ਸੁਨੇਹਾ ਦੇਣ ਜਾ ਰਹੇ ਹਾਂ ਕਿ ਜਿਹੜਾ 28 ਤਰੀਕ ਦਾ ਐਕਸ਼ਨ ਆ ਸਾਰੇ ਸਾਥੀ ਪੂਰੇ ਸਹਿਯੋਗ ਦੇਣ ਤੇ ਆਪਾਂ ਜਿਹੜਾ 28 ਤਰੀਕ ਦਾ ਐਕਸ਼ਨ ਪੂਰਾ ਕਾਮਯਾਬ ਬਣਾਈਏ। ਸਰਕਾਰ ਕੰਨੀ ਤੋਂ ਜਿਹੜਾ ਆਪਣੀ ਪੁਰਾਣੀ ਪੈਨਸ਼ਨ ਪ੍ਰਾਪਤੀ ਦੀ ਮੰਗ ਆ ਉਹ ਬਹਾਲ ਕਰਾ ਸਕੀਏ। ਹੋਰ ਕੀ ਮੰਗਾਂ ਨੇ ਇਸ ਤੋਂ ਇਲਾਵਾ? ਹੋਰ ਵੀ ਮੰਗਾਂ ਅਸੀਂ ਇੱਕੋ ਇੱਕ ਮੰਗ ਲੈ ਕੇ ਚੱਲੇ ਹਾਂ ਪੁਰਾਣੀ ਪੈਨਸ਼ਨ ਦੀ ਜੀ, ਹੋਰ ਕੋਈ ਮੰਗ ਨਹੀਂ ਹੈਗੀ। ਇਹਦੇ 'ਚ ਸਾਡਾ ਇੱਕ ਮੇਨ ਮੰਗ ਤੇ ਚੱਲ ਰਹੇ ਹਾਂ ਅਸੀਂ ਪੁਰਾਣੀ ਪੈਨਸ਼ਨ ਪ੍ਰਾਪਤੀ, ਜਿਹੜੀ ਕਿ ਸਰਕਾਰ ਕੰਨੀ ਤੋਂ 2004 'ਚ ਸਾਨੂੰ ਨਿਊ ਪੈਨਸ਼ਨ ਸਕੀਮ ਦੇ ਤੌਰ ਤੇ ਸਾਡੇ ਤੇ ਇੱਕ ਮੰਗ ਰੱਖਦੀ ਨਵੀਂ ਪੈਨਸ਼ਨ ਦੀ, ਜੋ ਕਿ ਕਹਿਣ ਨੂੰ ਪੈਨਸ਼ਨ ਆ ਪਰ ਉਹ ਨੋ ਪੈਨਸ਼ਨ ਆ। ਜਾਂ ਕੋਈ ਮੁਲਾਜ਼ਮ 58 ਸਾਲ ਸਰਵਿਸ ਕਰਕੇ ਰਿਟਾਇਰ ਹੁੰਦਾ ਤਾਂ ਉਹਦੇ ਪੱਲੇ ਕੋਈ 1800 800 ਰੁਪਇਆ ਪੱਲੇ ਪੈਂਦਾ, ਜਿਹਦੇ ਨਾਲ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ ਹੈਗਾ। ਇਸ ਜਿਹੜੀ ਵਪਾਰਕ ਕਾਰਪੋਰੇਟ ਘਰਾਣਿਆਂ ਨੂੰ ਇਹ ਫਾਇਦਾ ਪਹੁੰਚਾਇਆ ਗਿਆ, ਉਹਨੂੰ ਅਸੀਂ ਸਰਕਾਰ ਤੋਂ ਇੱਕੋ ਇੱਕ ਮੰਗ ਕਰਦੇ ਹਾਂ ਵੀ ਸਾਡੇ ਮੁਲਾਜ਼ਮਾਂ ਕੰਨੀ ਸਿਰ ਤੋਂ ਇਹ ਜਿਹੜਾ ਪੁਰਾਣੀ ਪੈਨਸ਼ਨ ਬਹਾਲ ਕਰਕੇ ਜਿਹੜਾ ਇਹ ਕੋਡ ਆ ਸਾਡੇ ਕੋਲੋਂ ਲਾਹਿਆ ਜਾਵੇ। ਬੀਤੇ 27 ਅਪ੍ਰੈਲ ਨੂੰ ਅਮਲੋਹ ਦੀ ਸੀਮਿੰਟ ਕਲੋਨੀ ਵਿੱਚ ਅਰਚਨਾ ਨਾਮ ਦੀ ਔਰਤ ਦੀ ਮੌਤ ਹੋ ਗਈ ਸੀ ਤੇ ਇਸ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਹੁਣ ਸੁਲਝਾ ਲਿਆ ਹੈ ਤੇ ਇਸ ਕਤਲ ਦੇ ਮਾਮਲੇ ਵਿੱਚ ਪਤੀ ਨੂੰ ਹੀ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿੱਚ ਸੀਨੀਅਰ ਕਪਤਾਨ ਪੁਲਿਸ ਰਜਜੋਤ ਕੌਰ ਗਰੇਵਾਲ ਨੇ ਕਿਹਾ ਹੈ ਕਿ ਕਾਤਿਲ ਪਤੀ ਆਪਣੀ ਪਤਨੀ ਦੇ ਆਚਰਣ ਤੇ ਸ਼ੱਕ ਕਰਦਾ ਸੀ, ਜਿਸ ਕਰਕੇ ਉਸਨੇ ਬਿਹਾਰੀ ਮੂਲ ਦੇ ਵਿਅਕਤੀਆਂ ਤੋਂ ਸੁਪਾਰੀ ਦੇ ਕੇ ਪਤਨੀ ਦਾ ਕਤਲ ਕਰਵਾਇਆ ਸੀ। ਬਹਰਾਲ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਤਾਂ ਸੀ ਇੱਥੇ ਬੁਲਾਇਆ ਪ੍ਰੈਸ ਕਾਨਫਰੰਸ ਤੇ ਕਿ ਮੰਡੀ ਗੋਬਿੰਦਗੜ੍ਹ ਪੁਲਿਸ ਨੂੰ, ਥਾਣਾ ਅਮਲੋਹ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ, ਜਿਹਦੇ ਵਿੱਚ ਅਸੀਂ ਸਾਡੇ ਥਾਣਾ ਅਮਲੋਹ ਦੇ ਵਿੱਚ 75 ਨੰਬਰ FIR ਦਰਜ ਹੋਈ ਸੀਗੀ। 27/4 ਦੀ FIR ਹੈ ਇਸ ਸਾਲ ਦੀ, ਜਿਹਦੇ ਵਿੱਚ ਇੱਕ ਮਹਿਲਾ ਦਾ ਆਪਣੇ ਘਰ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਸੀ। ਇਹ ਹੁਣ ਤੱਕ ਇੱਕ ਬਿਲਕੁਲ ਬਲਾਈਂਡ ਮਰਡਰ ਸੀਗਾ, ਜਿਹਦੇ ਵਿੱਚ ਫਿਲਹਾਲ ਘਰਦਿਆਂ ਨੇ ਵੀ ਕਿਸੇ ਤੇ ਸ਼ੱਕ ਨਹੀਂ ਜ਼ਾਹਿਰ ਕੀਤਾ ਸੀਗਾ। ਕੋਈ ਬਾਈ ਨੇਮ ਇਹਦੇ 'ਚ ਅਜੇ ਬੰਦਾ ਅਕਿਊਜ਼ ਜਿਹੜਾ ਸੀ ਨਾਮਜ਼ਦ ਨਹੀਂ ਹੋਇਆ ਸੀਗਾ। ਇਸ ਕੇਸ ਨੂੰ ਕਰੈਕ ਕਰਦੇ ਹੋਏ ਜਿਹੜਾ ਹੈ ਜਿਹੜੀ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਹੈਗੀ ਹੈ, ਅਮਲੋਹ ਦੀ ਥਾਣਾ ਅਮਲੋਹ ਦੀ ਪੁਲਿਸ ਹੈ, ਉਹਨਾਂ ਨੇ ਐਸਟੈਬਲਿਸ਼ ਕੀਤਾ ਹੈ ਕਿ ਜੋ ਉਸ ਮ੍ਰਿਤਕ ਔਰਤ ਦਾ ਹਸਬੈਂਡ ਸੀ ਤਰਸੇਮ ਸਿੰਘ, ਉਹ ਇਸ ਕੇਸ ਦਾ ਪ੍ਰਾਈਮ ਅਕਿਊਜ਼ ਸੀ। ਉਸਨੇ ਜਿਹੜੇ ਉਹਦੇ ਘਰ ਦੇ ਵਿੱਚ ਸ਼ਟਰਿੰਗ ਦਾ ਕੰਮ ਕਰ ਰਹੇ ਸੀਗੇ 2 ਬੰਦੇ, ਇਨਫੈਕਟ 3 ਬੰਦੇ, ਉਹਨਾਂ ਨੂੰ ਸੁਪਾਰੀ ਦੇ ਕੇ ਆਪਣੀ ਵਾਈਫ ਦਾ ਕਤਲ ਕਰਾਇਆ ਸੀਗਾ। ਇਹਦੇ ਵਿੱਚ ਕਾਫੀ ਡੂੰਘਾਈ ਦੇ ਵਿੱਚ ਹੁਣ ਤੱਕ ਟੈਕਨੀਕਲ ਤੌਰ ਤੇ ਤਫਤੀਸ਼ ਹੋਈ ਸੀਗੀ। ਇਹਨਾਂ ਨੂੰ ਅਰੈਸਟ ਕਰਕੇ ਉਹ ਜਿਹੜੇ ਸਾਡੇ ਕੋਲ ਟੈਕਨੀਕਲ ਐਵੀਡੈਂਸ ਸੀਗੇ ਉਹਨਾਂ ਨਾਲ ਕਰੈਬੋਰੇਟ ਕੀਤਾ ਗਿਆ। ਜਿਹੜਾ ਇਹ ਮਰਡਰ ਨੂੰ ਅੰਜਾਮ ਦਿੱਤਾ ਇਹਨਾਂ ਨੇ 4 ਜਾਣਿਆਂ ਨੇ ਮਿਲ ਕੇ, ਇਹਨਾਂ ਦੀ ਇਕੱਠੀ ਕ੍ਰਿਮੀਨਲ ਕਨਸਪੀਰੇਸੀ ਹੈ। ਉਹ 27/4 ਦੀ ਇਹ ਵਾਰਦਾਤ ਹੈ ਤੇ ਤਕਰੀਬਨ 6/4 ਨੂੰ ਇਹਨਾਂ ਨੇ ਜਿਹੜੇ ਹਸਬੈਂਡ ਵਾਈਫ ਸੀਗੇ, ਜਿਹੜੀ ਮ੍ਰਿਤਕ ਲੇਡੀ ਐਂਡ ਉਹਦੇ ਹਸਬੈਂਡ ਨੇ ਆਪਣੇ ਘਰ ਦੇ ਵਿੱਚ ਕੰਸਟਰਕਸ਼ਨ ਤੇ ਰਿਪੇਅਰ ਦਾ ਕੰਮ ਸ਼ੁਰੂ ਕਰਾਇਆ ਸੀਗਾ। ਥਾਣਾ ਫਤਿਹਗੜ੍ਹ ਸਾਹਿਬ ਦੇ SHO ਸੰਦੀਪ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਵਾਸੀ ਪਿੰਡ
ਮੰਡੋਫਲ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਮੋਟਰਸਾਈਕਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਰਕਿੰਗ ਵਿੱਚ ਚੋਰੀ ਹੋ ਗਿਆ ਸੀ, ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸਹਾਇਕ ਥਾਣੇਦਾਰ ਦਰਸ਼ਨ ਕੁਮਾਰ ਦੇ ਹਵਾਲੇ ਕਰ ਦਿੱਤੀ। ਪੁਲਿਸ ਨੇ ਸੁਖਵਿੰਦਰ ਸਿੰਘ ਵਾਸੀ ਹਾਜੀਪੁਰ ਨੇੜੇ ਬਸੀ ਪਠਾਣਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 2 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਮਿਤੀ 20/6/22 ਨੂੰ ਮਨਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮੰਡੋਫਲ ਨੇ ਆਪਣਾ ਬਿਆਨ ਲਿਖਾਇਆ ਕਿ ਉਸ ਦਾ ਸਪਲੈਂਡਰ ਮੋਟਰਸਾਈਕਲ ਗੁਰਦੁਆਰੇ ਦੀ ਪਾਰਕਿੰਗ ਵਿੱਚ ਚੋਰੀ ਹੋ ਗਿਆ, ਜਿਸ ਬਿਆਨ ਦੇ ਆਧਾਰ ਤੇ ਅਸੀਂ ਮੁਕੱਦਮਾ ਨੰਬਰ 112 ਮਿਤੀ 20/6/22 ਨੂੰ ਦਰਜ ਰਜਿਸਟਰ ਕਰਾਇਆ ਗਿਆ। ਇਸ ਸੰਬੰਧੀ ASI ਦਰਸ਼ਨ ਕੁਮਾਰ ਨੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੁੱਖਾ son of ਮੁਕੇਸ਼ ਸਿੰਘ ਤੇ ਵਾਸੀ ਹਾਜੀਪੁਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਉਸ ਦੇ ਘਰ ਵਿੱਚ 2 ਮੋਟਰਸਾਈਕਲ ਕਬਜ਼ੇ ਵਿੱਚ ਲਏ। ਹੁਣ ਦੋਸ਼ੀ ਜਿਹੜਾ 2 ਦਿਨ ਦੇ ਪੁਲਿਸ ਰਿਮਾਂਡ ਤੇ ਹੈ। ਕੀ ਨਾਮ ਕੀ ਹੈ ਦੋਸ਼ੀ ਦਾ? ਕਿੱਥੇ ਦਾ ਦੋਸ਼ੀ ਦਾ ਨਾਮ ਹੈਗਾ ਸੁਖਵਿੰਦਰ ਸਿੰਘ ਉਰਫ ਸੁੱਖਾ son of ਮੁਕੇਸ਼ ਸਿੰਘ ਵਾਸੀ ਹਾਜੀਪੁਰ। ਪਹਿਲਾਂ ਵੀ ਕੋਈ ਮਾਮਲਾ ਦਰਜ ਹੈ? ਪਹਿਲਾਂ ਇਸ ਦੇ ਉੱਤੇ ਇੱਕ ਮਾਮਲਾ ਦਰਜ ਹੈ। ਉਹ ਵੀ ਚੋਰੀ ਦੇ ਹੈ? ਉਹ ਵੀ ਚੋਰੀ ਦੇ। ਜਿਹੜਾ ਦੂਜਾ ਮੋਟਰਸਾਈਕਲ ਮਿਲਿਆ ਉਹ ਵੀ ਚੋਰੀ ਦੇ? ਹਾਂਜੀ, ਉਹਦਾ ਹਜੇ ਪੜਤਾਲ ਵਿੱਚ ਹੈ। ਠੀਕ ਹੈ। ਅੱਜ ਸੰਗਰੂਰ ਵਿੱਚ ਸਰਕਾਰੀ ਅਨਾਜ ਦੀ ਡਿਲੀਵਰੀ ਅਤੇ ਅਨਲੋਡਿੰਗ ਨਾ ਕਰਨ ਦੇ ਮਾਮਲੇ ਵਿੱਚ ਦਿੜਬਾ ਮੰਡੀ ਵਿਖੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਦੇ ਬਾਹਰ ਪੱਲੇਦਾਰ ਯੂਨੀਅਨ ਨੇ ਧਰਨਾ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ। ਪੱਲੇਦਾਰਾਂ ਨੇ ਦੋਸ਼ ਲਗਾਇਆ ਕਿ ਹਰਪਾਲ ਸਿੰਘ ਚੀਮਾ ਦੀ ਸ਼ਹਿ ਤੇ ਸਾਡਾ ਹੱਕ ਖੋਇਆ ਜਾ ਰਿਹਾ ਹੈ, ਪਰ ਦੂਜੇ ਪਾਸੇ ਟਰੱਕ ਯੂਨੀਅਨ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਮੈਂ ਉਰੇ ਬਤੌਰ ਸੈਕਟਰੀ ਖਜ਼ਾਨਚੀ ਯੂਨੀਅਨ ਦਾ ਸਾਡੇ ਦਫ਼ਤਰ ਦਾ FC ਐਂਡ ਪੰਜਾਬ ਪੂਰੀ ਏਜੰਸੀ ਪੱਲੇਦਾਰ ਯੂਨੀਅਨ ਆਜ਼ਾਦ ਡੀਪੂ ਦਿੜਬਾ ਰਜਿਸਟਰ ਨੰਬਰ 108 ਦੇ ਨਾਂ ਤੇ ਅਸੀਂ ਕੰਮ ਕਰ ਰਹੇ ਹਾਂਗੇ। ਸਾਡਾ ਵੀਰ ਜੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਇਹ ਹੈਗਾ ਕਿ ਜੋ ਟਰੱਕ ਯੂਨੀਅਨ ਦਾ ਪ੍ਰਧਾਨ ਹੈ ਅਜੇ ਸਿੰਗਲਾ ਸਾਹਿਬ, ਉਹ ਸਾਨੂੰ ਪੱਲੇਦਾਰੀ ਦੇਣ ਤੋਂ ਉੱਪਰੋਂ ਗੁੰਡਾਗਰਦੀ ਦਾ ਨਾਚ ਕਰਾ ਕੇ ਸਾਡੀ ਪੱਲੇਦਾਰੀ ਉਹਨੇ ਬੰਦ ਕਰਤੀ, ਜਿਹੜੀ ਕੋਈ ਅਸੀਂ ਇਕੱਲੇ ਨਹੀਂ ਲੈ ਰਹੇ। ਇਹ ਸਾਨੂੰ 1970-78 ਤੋਂ ਲੈ ਕੇ ਚੱਲਦੀ ਆ ਰਹੀ ਹੈ। ਉਹਦੇ ਹਿਸਾਬ ਦੇ ਵਿੱਚ ਪਹਿਲਾਂ ਇਹ 5-7 ਰੁਪਏ ਪੱਲੇਦਾਰੀ ਹੋਇਆ ਕਰਦੀ ਸੀ ਤੇ ਹੁਣ ਵੱਧ ਕੇ ਇਹ 240 ਗੱਟਿਆਂ ਦੀ 50 ਰੁਪਏ ਪਰ ਗੱਡੀ ਹੋ ਗਈ ਹੈ। ਅਸੀਂ ਉਹੀ ਅੱਜ ਮੰਗ ਰਹੇ ਹਾਂ ਤੇ ਅਸੀਂ ਨੇ ਚੌਥੇ ਪੰਜਵੇਂ ਵੀ ਗੱਡੀਆਂ ਭਰੀਆਂ ਨੇ। ਅਸੀਂ ਨੇ 19 ਗੱਡੀਆਂ ਮਾਰਕਫੈਡ ਕਣਕ ਦੀਆਂ ਲੋਡ ਕਰੀਆਂ ਨੇ। ਸਾਨੂੰ ਪੱਲੇਦਾਰੀ ਉਹਦੇ ਡਰਾਈਵਰ ਭਾਈ ਸਾਡੇ ਸਾਰੇ ਦੇ ਕੇ ਗਏ ਨੇ, ਪਰ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਇਸ ਗੱਲ ਤੋਂ ਨਨਕਾਰੀ ਕਰਤੀ। ਕਹਿੰਦਾ ਵੀ ਦਿੜਬੇ ਦੇ ਵਿੱਚ ਜੋ ਮੈਂ ਕਹੂੰਗਾ ਉਹ ਹੋਣਾਗਾ। ਉਹ ਸਾਨੂੰ ਪਤਾ ਹੈ ਵੀ ਸ਼ਰੇਆਮ ਹਰਪਾਲ ਸਿੰਘ ਚੀਮੇ ਦੀ ਸ਼ਹਿ ਤੇ ਬੋਲ ਰਿਹਾ ਹੈਗਾ, ਪਰ ਅਸੀਂ ਚੀਮਾ ਸਾਹਿਬ ਨੂੰ ਬੇਨਤੀ ਕਰਦੇ ਇਸ ਗੱਲ ਦੀ ਕਿ ਚੀਮਾ ਸਾਹਿਬ ਕੱਲੇ ਤੁਹਾਨੂੰ ਅਜੇ ਸਾਹਿਬ ਨੇ ਵੋਟਾਂ ਨਹੀਂ ਪਾਈਆਂ, ਅਜੇ ਸਿੰਗਲਾ ਨੇ ਵੋਟਾਂ ਨਹੀਂ ਪਾਈਆਂ, ਸਾਨੂੰ ਪੱਲੇਦਾਰ ਮਜ਼ਦੂਰਾਂ ਨੇ ਵੀ ਵੋਟਾਂ ਪਾਈਆਂ ਨੇ। ਸੋ ਅਸੀਂ ਕਹਿੰਦੇ ਵੀ ਸਾਨੂੰ ਟੇਬਲ ਦੇ ਉੱਪਰ ਜਦੋਂ ਮਰਜ਼ੀ ਬਿਠਾ ਲੈਣ, 2 ਬੰਦੇ ਸਾਡੇ ਬਿਠਾਉਣ, 2 ਬੰਦੇ ਟਰੱਕ ਯੂਨੀਅਨ ਦੇ ਬਿਠਾਉਣ, ਸਾਨੂੰ ਦੱਸਣ ਵੀ ਜੇ ਕੋਈ ਅਸੀਂ ਨਵਾਂ ਰਸਤਾ ਲਾਗੂ ਕਰਤਾ ਹੋਵੇ ਤਾਂ ਸਾਡਾ ਬਾਈਕਾਟ ਬੇਸ਼ੱਕ ਕਰੇ, ਅਸੀਂ ਉਸ ਦਾ ਖਿਮੱਜਾ ਭੁਗਤਣ ਵਾਸਤੇ ਤਿਆਰ ਹੋਵਾਂਗੇ। ਤਰਨਤਾਰਨ ਦਾ ਸਿਵਲ ਹਸਪਤਾਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿੱਥੇ ਅੰਮ੍ਰਿਤਧਾਰੀ ਸਿੱਖ ਦੀ ਲਾਠੀਆਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਦਰਅਸਲ ਮਾਮਲਾ ਮੋਟਰਸਾਈਕਲ ਚੋਰੀ ਦਾ ਹੈ ਜਿੱਥੇ ਇੱਕ ਅੰਮ੍ਰਿਤਧਾਰੀ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਦੂਸਰਾ ਸਾਥੀ ਵੀਡੀਓ ਵੀ ਬਣਾ ਰਿਹਾ ਤੇ ਬਾਅਦ ਵਿੱਚ ਤਰਨਤਾਰਨ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਬਹਰਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਇਹ ਸਾਰਾ ਮਾਮਲਾ ਹੈ ਕੀ। ਸਨਾਮ ਸਿੰਘ ਜੀ, ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਬੜਾ ਕੁੱਟਮਾਰ ਕੀਤੀ ਜਾ ਰਹੀ, ਉਹ ਸਰ ਕੀ ਮਾਮਲਾ ਵਾ? ਉੱਥੇ ਹਸਪਤਾਲ ਦੇ ਵਿੱਚ ਨਾ ਸਾਨੂੰ ਕੱਲ੍ਹ ਮੈਸੇਜ ਆਇਆ ਵੀ ਤੇ ਮੋਟਰਸਾਈਕਲ ਚੋਰੀ ਕਰਨ ਲੱਗਾ ਸੀ ਤੇ ਉਹਨੂੰ ਲਿਆਂਦਾ ਸੀ ਥਾਣੇ, ਕੁੱਟਮਾਰ ਦੀ ਕੀਤੀ ਆ। ਵੇਖੋ ਹੁਣ ਕਰਨ ਡਏ ਆ ਜਾਂਚ, ਜਿਹੜਾ ਬੰਦੇ ਉਹਦੇ ਸਾਹਮਣੇ ਜੋ ਕਾਰਵਾਈ ਕਰਦੀ ਕਰਾਂਗੇ। ਉਹਦੀ ਕਾਫੀ ਕੁੱਟਮਾਰ ਹੋਈ ਹੈ, ਲਾਠੀਆਂ ਬਰਸਾਈਆਂ। ਹਾਂ ਦੇਖੀਏ, ਦੇਖੀ ਆ, ਦੇਖੇ ਡਏ ਆਪਣੇ ਹੁਣ ਬੰਦੇ ਜਿਹੜੇ ਬੰਦੇ ਨੇ ਕੁੱਟਿਆ ਉਹਨਾਂ ਨੂੰ ਬੁਲਾਵਾਂਗੇ, ਬੁਲਾਏ ਆ, ਟਾਈਮ ਦਿੱਤਾ ਉਹਨਾਂ ਨੂੰ। ਮਾਛੀਵਾੜਾ ਸਬ ਤਹਿਸੀਲ ਚ ਤਾਇਨਾਤ ਕਾਨਗੋ ਬਲਜੀਤ ਸਿੰਘ ਨੂੰ ਅੱਜ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ। ਮਾਛੀਵਾੜਾ ਪੁਲਿਸ ਨੇ ਕਾਨਗੋ ਨੂੰ ਗ੍ਰਿਫਤਾਰ ਕਰ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਵਿਧਾਇਕ ਦਿਆਲਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਮਹਿਰਬਾਨ ਵਾਸੀ ਰਣਮਿੰਦਰ ਸਿੰਘ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਉਸ ਦੀ ਜ਼ਮੀਨ ਵਿੱਚ ਪਿੰਡ ਉਦੋਵਾਲ ਵਿਖੇ ਹੈ, ਜਿਸ ਦੀ ਤਕਸੀਮ ਅਤੇ ਦਖਲ ਵਾਰੰਟ ਲਈ ਮਾਛੀਵਾੜਾ ਦੇ ਕਾਨਗੋ ਨੇ ਉਸ ਕੋਲੋਂ 40,000 ਰੁਪਏ ਦੀ ਰਿਸ਼ਵਤ ਮੰਗੀ ਤੇ ਇਸ ਤੇ ਸੌਦਾ 25,000 ਰੁਪਏ ਵਿੱਚ ਤੈਅ ਹੋ ਗਿਆ ਸੀ। ਇਹਦੇ ਵਿੱਚ ਰਣਵਿੰਦਰ ਸਿੰਘ ਉਦਨਵਾਲ ਖੁਰਦ ਦਾ ਮੁੰਡਾ ਜੋ ਅੱਜ ਕੱਲ੍ਹ ਲੁਧਿਆਣੇ ਮਿਹਰਬਾਨ ਰਹਿ ਰਿਹਾ। ਇਹਦੀ ਮਾਤਾ ਗਿਆਨ ਦੇਵੀ ਜਿਹੜੀ ਸੀ ਉਹਦੇ ਕਰੀਬ 15 ਕਨਾਲ ਜ਼ਮੀਨ ਉਹਦੇ ਨਾਂ 'ਤੇ ਆਉਂਦੀ ਸੀ। ਉਹਦਾ ਤਕਸੀਮ ਦਾ ਕੇਸ ਕਿਸੇ ਗੁਆਂਢੀ ਨਾਲ ਚੱਲਦਾ ਸੀਗਾ। ਉਹ ਤਕਸੀਮ ਦਾ ਕੇਸ ਇਹਦੇ ਦੱਸਣ ਮੁਤਾਬਕ 3 ਸਾਲ ਤੋਂ ਮੈਂ ਜਿੱਤ ਚੁੱਕਿਆ ਸੀ, ਪਲੱਸ ਜਿਹੜੀ ਉਹਦਾ ਇੰਤਕਾਲ ਹੋਣਾ ਬਾਕੀ ਸੀ ਕਿ ਤਹਿਸੀਲ ਦੇ ਵਿੱਚ ਜਿਹੜੇ ਸੰਬੰਧਿਤ ਕਰਮਚਾਰੀ ਸੀਗੇ ਉਹਦਾ ਇੰਤਕਾਲ ਜਿਹੜਾ ਸੀ ਉਹ ਨਹੀਂ ਮਨਜ਼ੂਰ ਕਰ ਰਹੇ ਸੀਗੇ। ਇਸ ਸੰਬੰਧੀ ਇਹਨੇ 17 ਤਰੀਕ ਨੂੰ ਬਲਜੀਤ ਸਿੰਘ ਕਾਨੂੰਗੋ ਨਾਲ ਗੱਲ ਕੀਤੀ। ਬਲਜੀਤ ਸਿੰਘ ਕਾਨੂੰਗੋ ਵੱਲੋਂ ਇਹਦੇ ਨਾਲ 25,000 ਦੀ ਰਿਸ਼ਵਤ ਦੀ ਗੱਲ ਹੋਈ, ਜਿਹਦੇ ਵਿੱਚ 17 ਤਰੀਕ ਨੂੰ 10,000 ਰੁਪਇਆ ਮੌਕੇ 'ਤੇ ਉਹਨੂੰ ਦੇ ਕੇ ਚਲਾ ਗਿਆ।
ਉਸ ਤੋਂ ਬਾਅਦ ਇਸ ਬੰਦੇ ਨੇ ਜਾ ਕੇ ਆਪਣੀ ਇਹ ਸਾਰੀ ਜਿਹੜੀ ਕਹਾਣੀ ਸੀ ਸਾਡੇ ਸੰਬੰਧਿਤ ਹਲਕਾ ਦੇ ਜਿਹੜੇ ਮਾਨਯੋਗ MLA ਸਾਹਿਬ ਨੇ ਸਰਦਾਰ ਜਗਤਾਰ ਸਿੰਘ ਦਿਆਲਪੁਰਾ ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਆਪਣੀ ਟੀਮ ਦੇ ਸਮੇਤ ਫਿਰ ਇਹਦੇ ਜਿਹੜੇ ਪੈਸੇ ਦੇਣੇ ਸੀ ਇਹਨੇ ਅੱਜ 15,000 ਰੁਪਈਆ ਦੂਜੀ ਕਿਸ਼ਤ ਜਿਹੜੀ ਦੇਣੀ ਸੀ ਇਹਨੇ ਉਹਦੇ ਬਾਰੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਉਹ 15,000 ਰੁਪਈਆ ਜਿਹੜਾ ਸੀ ਉਹ ਫੋਟੋਸਟੇਟ ਕਾਪੀਆਂ ਕਰਵਾ ਕੇ ਆਪਣੇ ਕੋਲ ਰੱਖ ਲਈਆਂ। ਇੱਕ ਕਾਪੀ ਇਹਨੂੰ ਦਿੱਤੀ ਪਲੱਸ ਜਿਹੜੇ 15,000 ਰੁਪਈਏ ਨੇ ਦੇਣੇ ਸੀਗੇ 500 ਦੇ 30 ਨੋਟ ਉਹ ਲੈ ਕੇ ਅੱਜ ਆਪਣੇ ਤਹਿਸੀਲ ਵਿੱਚ ਆਇਆ। ਇਹਨੇ ਆ ਕੇ ਜਦੋਂ ਬਲਜੀਤ ਸਿੰਘ ਕਾਨੂੰਗੋ ਨਾਲ ਗੱਲ ਕੀਤੀ ਤਾਂ ਬਲਜੀਤ ਸਿੰਘ ਨੇ ਦੱਸਿਆ ਵੀ ਤੇਰਾ ਕੰਮ ਹੋ ਚੁੱਕਿਆ ਤੇ ਜੋ ਤੇਰਾ ਇੰਤਕਾਲ ਹੋਣਾ ਸੀ ਉਹ ਮਨਜ਼ੂਰ ਕਰਵਾ ਦਿੱਤਾ ਗਿਆ। ਮਤਲਬ ਉਹਦੇ ਵਿੱਚ ਇੱਕ ਮਿਹਰਬਾਨ ਤੋਂ ਕੋਈ ਹੈਗੇ ਸੀ ਵਿਅਕਤੀ ਜਿਹਨੂੰ ਕੋਈ ਕੰਮ ਸੀਗਾ ਉਰੇ ਜਿਹਦੇ ਕਰਕੇ ਘੱਟੋ ਘੱਟ 4-5 ਤੋਂ ਗੇੜੇ ਮਾਰੇ ਇੱਥੇ ਬਾਬਾ ਪਰੇਸ਼ਾਨ ਹੋਏ 3-4 ਮਹੀਨੇ ਤੋਂ ਫਿਰ ਰਹੇ ਸੀਗੇ ਉਹ। ਫਿਰ ਲਾਸਟ ਦੇ ਵਿੱਚ ਕੀ ਹੁੰਦਾ, ਲਾਸਟ ਦੇ ਵਿੱਚ ਸੌਦਾ ਤਾਂ ਇਹ ਹੁੰਦਾ ਵੀ 25,000 ਰੁਪਈਆ ਲਊਂਗਾ ਮੈਂ ਥੋੜਾ ਕੰਮ ਕਰ ਦੂੰਗਾ, ਜਿਹਦੇ ਵਿੱਚ 10,000 ਰੁਪਈਆ ਭਲਾ ਐਡਵਾਂਸ ਤੇ ਅੱਜ ਉਹ ਕੰਮ ਜੋ ਵੀ ਕੰਮ ਸੀ ਉਹਨਾਂ ਦਾ ਉਹ ਕੰਮ ਕਰਵਾਉਣ ਤੋਂ ਬਾਅਦ 15,000 ਰੁਪਈਆ ਦਿੱਤਾ ਗਿਆ। ਉਹ 15,000 ਰੁਪਈਆ ਜਿਹੜਾ ਤੇ ਆਹ ਸਾਰੀਆਂ ਕਾਪੀਆਂ ਨੇ ਜਿਹੜਾ ਬਰਾਮਦ ਉੱਧਰ ਕਰ ਲਿਆ ਗਿਆ ਉਹਨਾਂ ਕੋਲੋਂ। ਤੇ ਗੱਲ ਤਾਂ ਉੱਥੇ ਹੀ ਆ, ਰਿਸ਼ਵਤ ਪਹਿਲਾਂ ਉਹਨੂੰ ਕਿਹਾ ਗਿਆ ਪਟਵਾਰੀ ਲੱਗਿਆ ਨਹੀਂ ਹੋਇਆ ਇੱਥੇ ਜਾਂ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਹੈ ਨਾ, ਜਦੋਂ ਪੈਸੇ ਦਿੱਤੇ ਤਾਂ ਸਾਰਾ ਕੰਮ ਹੋ ਜਾਂਦਾ। ਤੇ ਆਹ ਰਿਸ਼ਵਤ ਜਿਹੜੀ ਜਿੰਨੀ ਵੀ ਰਕਮ ਸੀ ਇਹ ਕਾਨੂੰਗੋ ਤੋਂ ਫੜੀ ਗਈ ਹੈ ਇਹ ਤੇ ਉਹਨਾਂ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਊਗੀ ਉਹਨਾਂ ਦੇ। ਨਕੋਦਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਖੇਤਾਂ ਦੀਆਂ ਮੋਟਰਾਂ ਤੇ ਮੋਟਰਾਂ ਦੀਆਂ ਤਾਰਾਂ ਅਤੇ ਸਮਾਨ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਥਾਣਾ ਸਦਰ ਨਕੋਦਰ ਦੇ ਮੁਖੀ ਬਿਸਮਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਕਿ ਪਿੰਡਾਂ ਦੀਆਂ ਖੇਤਾਂ ਦੀਆਂ ਮੋਟਰਾਂ ਤੇ ਮੋਟਰਾਂ ਦੀਆਂ ਤਾਰਾਂ ਤੇ ਸਮਾਨ ਚੋਰੀ ਹੋ ਰਿਹਾ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਤੇ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਅਸੀਂ ਜੀ ਇੱਕ ਆਪਣੇ ਏਰੀਆ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਰੁੱਪ ਨੂੰ ਕਾਬੂ ਕੀਤਾ ਆ। ਇਹ ਗਰੁੱਪ ਬੇਸਿਕਲੀ ਬਹੁਤ ਐਕਟਿਵ ਸੀਗਾ ਤੇ ਮੋਟਰਾਂ ਤੋਂ ਤਾਰਾਂ ਦੀਆਂ ਚੋਰੀਆਂ ਕਰਦਾ ਸੀ, ਮੋਟਰਾਂ ਤੋਂ ਇੰਜਨ ਚੋਰੀ, ਪਾਈਪ ਚੋਰੀ, ਇਦਾਂ ਦੀਆਂ ਚੋਰੀਆਂ ਨੂੰ ਅੰਜਾਮ ਦਿੰਦਾ ਸੀਗਾ। ਤੇ ਇਸ ਗਰੁੱਪ ਵਿੱਚ 6 ਤੋਂ 7 ਮੈਂਬਰ ਐਕਟਿਵਲੀ ਜਿਹੜੇ ਪਾਰਟਿਸਿਪੇਟ ਕਰ ਰਹੇ ਆ, ਜਿਨ੍ਹਾਂ ਵਿੱਚੋਂ ਅਸੀਂ 3 ਜਣਿਆਂ ਨੂੰ ਕਾਬੂ ਕਰ ਚੁੱਕੇ ਹਾਂ ਤੇ ਬਾਕੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਲੋਲੀ ਅਸੀਂ ਨੋਮੀਨੇਟ ਕਰਕੇ ਗ੍ਰਿਫਤਾਰ ਕਰਾਂਗੇ। ਤੇ ਸਰ ਇਹਨਾਂ ਕੋਲ ਬਰਾਮਦ ਕੀ ਹੋਇਆ? ਇਹਨਾਂ ਕੋਲ ਬਰਾਮਦ ਚੋਰੀ ਦਾ ਜੋ ਸਮਾਨ ਸੀ, ਇੰਜਨ ਜੋ ਵੇਚਿਆ ਸੀ, ਉਹ ਤਾਰਾਂ ਜਿਹੜੀਆਂ ਤਾਂਬੇ ਦੀਆਂ ਤਾਰਾਂ, ਇਦਾਂ ਦਾ ਜਿਹੜਾ ਸਮਾਨ ਉਹਨਾਂ ਚੋਰੀ ਕੀਤਾ ਸੀ ਕੁਝ ਕੁ ਬਰਾਮਦ ਹੋ ਗਿਆ ਤੇ ਬਾਕੀ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ, ਪੁਲਿਸ ਰਿਮਾਂਡ ਤੇ ਬੰਦ ਹੈ ਤੇ ਅੱਗੇ ਹੋਰ ਵੀ ਬਰਾਮਦਗੀ ਜਿਹੜੀ ਹੈ ਸਾਨੂੰ ਉਮੀਦ ਹੈ ਕਿ ਇਹਨਾਂ ਕੋਲ ਸਮਾਨ ਹੋਰ ਵੀ ਮਿਲੇਗਾ ਜੀ। ਮੋਗਾ ਦੇ ਸਿਮਰਨਜੀਤ ਸਿੰਘ ਬਰਾੜ ਨੇ ਵੱਡੇ ਇੰਜੀਨੀਅਰਾਂ ਨੂੰ ਮਾਤ ਪਾ ਦਿੱਤੀ ਹੈ। ਇਸ ਨੌਜਵਾਨ ਨੇ ਆਪਣੇ ਘਰ ਵਿੱਚ ਹੀ ਇਲੈਕਟ੍ਰੋਨਿਕ ਵਿਧੀ ਨਾਲ ਚੱਲਣ ਵਾਲਾ ਜਾਮਾ ਮੋਟਰਸਾਈਕਲ ਤਿਆਰ ਕੀਤਾ ਹੈ ਤੇ ਇਹ ਮੋਟਰਸਾਈਕਲ ਦੇਸ਼ ਦਾ ਪਹਿਲਾ ਮੋਟਰਸਾਈਕਲ ਹੋਵੇਗਾ ਜੋ ਕਿ ਇੱਕ ਵਾਰ ਚਾਰਜ ਕਰਕੇ 200 ਕਿਲੋਮੀਟਰ ਤੱਕ ਚੱਲੇਗਾ ਤੇ ਇਹ ਬਾਈਕ ਪ੍ਰਦੂਸ਼ਣ ਮੁਕਤ ਹੈ। ਪਰਿਵਾਰ ਨੇ ਕਿਹਾ ਹੈ ਕਿ ਸਰਕਾਰ ਉਹਨਾਂ ਦੇ ਬੇਟੇ ਨੂੰ ਅੱਗੇ ਵਧਣ ਦਾ ਮੌਕਾ ਦੇਵੇ ਤਾਂ ਜੋ ਪੰਜਾਬ ਦਾ ਨਾਮ ਰੌਸ਼ਨ ਹੋ ਸਕੇ। ਕੀ ਨਾਮ ਜੀ ਤੁਹਾਡਾ? ਕਰਮਜੀਤ ਕੌਰ। ਅੱਜ ਬੇਟੇ ਵੱਲੋਂ ਇੱਕ ਮੋਟਰਸਾਈਕਲ ਤਿਆਰ ਕੀਤਾ ਗਿਆ, ਕਈ ਹੋਰ ਵੀ ਮੋਟਰਸਾਈਕਲ ਤਿਆਰ ਕੀਤੇ, ਕੀ ਕਹਿਣਾ ਚਾਹੁੰਦੇ? ਅਸੀਂ ਚਾਹੁੰਦੇ ਜੀ ਸਾਡੇ ਬੇਟੇ ਨੇ ਮੋਟਰਸਾਈਕਲ ਤਿਆਰ ਕੀਤਾ ਹੈ ਤੇ ਵੀ ਇਹ ਪੈਟਰੋਲ ਤੋਂ ਬਿਨਾਂ ਚੱਲਦਾ ਤੇ ਵੀ ਪ੍ਰਦੂਸ਼ਣ ਖਤਮ ਕਰਨ ਲਈ ਵੀ ਇਹ ਵਧੀਆ ਚੀਜ਼ ਆ, ਪੈਟਰੋਲ ਨਹੀਂ ਪੈਂਦਾ। ਵਿਦੇਸ਼ਾਂ 'ਚ ਮੁੰਡੇ ਜਾ ਰਹੇ ਆ, ਇੱਥੇ ਕੰਮ ਚਲਾਇਆ, ਖੁਸ਼ੀ ਹੋ ਰਹੀ ਹੈ ਪੂਰੀ? ਹਾਂਜੀ, ਬਹੁਤ ਖੁਸ਼ੀ ਹੋ ਰਹੀ ਹੈ ਵੀ ਇੱਥੇ ਬੱਚਾ ਕੰਮ ਤੋਰ ਰਿਹਾ ਹੈ, ਸਾਨੂੰ ਕੋਲ ਰਹੂਗਾ ਸਾਡੇ ਬੇਟਾ। ਕੀ ਅਪੀਲ ਕਰਨੀ ਚਾਹੋਗੇ ਅੱਜ ਦੇ ਨੌਜਵਾਨਾਂ ਨੂੰ? ਅੱਜ ਦੇ ਨੌਜਵਾਨਾਂ ਨੂੰ ਅਸੀਂ ਇਹੀ ਕਹਿੰਦੇ ਵੀ ਇਹ ਕੰਮ ਕਿੱਤਾ ਸਿੱਖੋ ਤੇ ਇੱਥੇ ਰਹੋ, ਆਪਦਾ ਵਧੀਆ ਵੀ ਰੁਜ਼ਗਾਰ ਤੋਰੋ। ਇਹ 'ਚ ਖਾਸੀਅਤ ਹੈ ਜੀ, ਇੱਕ ਤਾਂ ਤਿਆਰ ਕੀਤਾ ਮੋਟਰਸਾਈਕਲ ਇਹ ਇਲੈਕਟ੍ਰਿਕ ਆਪਾਂ ਨੂੰ ਸਭ ਨੂੰ ਪਤਾ ਕਿ ਗਵਰਨਮੈਂਟ ਆ ਪ੍ਰਮੋਟ ਕਰ ਰਹੀ ਆ, ਇਸ ਦਾ ਕੋਈ ਪੋਲਿਊਸ਼ਨ ਨਹੀਂ ਹੁੰਦਾ, ਇਹ ਵਾਤਾਵਰਨ ਵਾਸਤੇ ਕੋਈ ਵੀ ਨੁਕਸਾਨਦਾਇਕ ਨਹੀਂ ਆ, ਬਿਲਕੁਲ ਸੇਫ ਆ। ਤੇ ਇਹਦੇ ਵਿੱਚ ਮੇਨ ਪਹਿਲਾਂ ਮੋਟਰਸਾਈਕਲ ਇੰਜਨ ਨਾਲ ਚੱਲਦੇ ਸੀ, ਯਾਮਾ ਬਹੁਤ ਮਸ਼ਹੂਰ ਸੀ ਕਿਸੇ ਟਾਈਮ ਦੇ ਵਿੱਚ, ਉਸੇ ਨੂੰ ਮੈਂ ਦੁਬਾਰਾ ਮੋਡੀਫਿਕੇਸ਼ਨ ਕਰਕੇ ਉਹਦੇ ਚੇਂਜਸ ਕਰਕੇ ਆਪਣੇ ਵੱਲੋਂ ਇਲੈਕਟ੍ਰਿਕ ਕਰਤਾ ਤੇ ਜੋ ਕਿ ਨਾ ਤਾਂ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਨਾ ਸਾਊਂਡ, ਬਿਲਕੁਲ ਸਾਊਂਡਲੈਸ ਤਿਆਰ ਕੀਤਾ ਹੈ ਜੀ। ਇਹਦੀ ਜਿਹੜੀ ਰੇਂਜ ਆ ਇੱਕ ਵਾਰ ਚਾਰਜ ਕਰਨ ਤੇ 200 ਕਿਲੋਮੀਟਰ ਤੱਕ ਚਲਾ ਜਾਂਦਾ ਤੇ ਸਿਰਫ ਇਸ ਤੇ ਜਿਹੜੀ ਚਾਰਜਿੰਗ ਟਾਈਮ ਆ ਜੀ 4 ਘੰਟੇ ਲੱਗਦੇ ਆ। ਇਹ ਕਿੰਨੇ ਚਿਰ 'ਚ ਤਿਆਰ ਕੀਤਾ ਜੀ? ਇਹ ਮੈਂ ਤਿਆਰ ਕੀਤਾ ਜੀ ਘੱਟ ਤੋਂ ਘੱਟ ਇਸ ਤੇ ਮੈਨੂੰ ਲੱਗ ਗਿਆ ਜੀ ਮਹੀਨਾ, 1 ਮਹੀਨਾ ਦਾ ਟਾਈਮ ਲੱਗ ਗਿਆ ਜੀ ਇਸ ਨੂੰ ਤਿਆਰ ਕਰਨ ਤੇ। ਬਾਕੀ ਮੈਂ ਹੋਰ ਵੀ ਤਿਆਰ ਕੀਤੇ ਆ, ਜ਼ਿਆਦਾਤਰ ਤਿਆਰ ਮੋਟਰਸਾਈਕਲ 1 ਹਫ਼ਤੇ 'ਚ ਹੋ ਜਾਂਦਾ ਤੇ ਪਰ ਇਸ ਦੀ ਰੇਂਜ ਉਹਨਾਂ ਤੋਂ ਸਭ ਤੋਂ ਜ਼ਿਆਦਾ ਆ। ਪਹਿਲਾਂ ਵਾਲੇ ਤਿਆਰ ਕੀਤੇ ਜਿਹੜੇ 100 ਕਿਲੋਮੀਟਰ ਵਾਟ 150 ਕਿਲੋਮੀਟਰ ਵਾਟ ਤੱਕ ਮੇਰੇ ਚੱਲਦੇ ਸੀ, ਪਰ ਇਹ ਪਹਿਲਾ ਮੋਟਰਸਾਈਕਲ ਜਿਹੜਾ 200 ਕਿਲੋਮੀਟਰ ਵਾਟ ਤੱਕ ਜਾਂਦਾ। ਕੇਂਦਰ ਸਰਕਾਰ ਦੁਆਰਾ ਲਾਂਚ ਕੀਤੀ ਸਕੀਮ ਅਗਨੀਪਥ ਦੀ ਅੱਗ ਥੰਮਣ ਦਾ ਨਾਮ ਨਹੀਂ ਲੈ ਰਹੀ। ਅੱਜ ਇਸੇ ਰੋਸ ਵਿੱਚ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਿਸਾਨਾਂ ਦੀਆਂ 22 ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਹਨਾਂ ਕਿਹਾ ਕਿ ਮੋਦੀ ਸਰਕਾਰ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀ ਹੈ, ਇਸੇ ਕਰਕੇ ਨੌਜਵਾਨ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਵਿਸ਼ੇ ਤੇ ਉਹ 25 ਜੂਨ ਨੂੰ ਦੇਸ਼ ਭਗਤ ਹਾਲ ਵਿੱਚ ਕਨਵੈਨਸ਼ਨ ਦਾ ਆਯੋਜਨ ਕਰਨ ਜਾ ਰਹੇ ਹਨ। ਸੰਯੁਕਤ ਮੋਰਚੇ ਦੇ ਵਿੱਚ ਸ਼ਾਮਲ 22 ਜਥੇਬੰਦੀਆਂ ਵੱਲੋਂ
ਮੀਟਿੰਗ ਕੀਤੀ ਗਈ ਆ। ਮੀਟਿੰਗ ਦੇ 3 ਇਸ਼ੂ ਹੈ ਜਿਹੜੇ ਬਹੁਤ ਭਖਵੇਂ ਆ। ਸਭ ਤੋਂ ਭਖਵਾਂ ਇਸ਼ੂ ਹੈ ਜਿਹੜਾ ਫੌਜ ਦੇ ਵਿੱਚ ਭਰਤੀ ਕਰਨ ਜਾ ਰਹੀ ਹੈ ਭਾਰਤ ਸਰਕਾਰ 4 ਸਾਲ ਦੇ ਲਈ, ਉਹ ਵੀ ਠੇਕੇ ਦੇ ਉੱਪਰ। ਇਹਨੂੰ ਅਸੀਂ ਸਮਝਦੇ ਹਾਂ ਕਿ ਅਸਲ ਦੇ ਵਿੱਚ ਇਹ ਜਿਹੜੀ ਯੋਜਨਾ ਹੈ, ਇਹ ਜਿਹੜੀ ਸਕੀਮ ਹੈ, ਇਹ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਹੈ, ਨਾ ਹੀ ਇਹ ਨੌਜਵਾਨਾਂ ਦੇ ਪੱਖ ਦੇ ਵਿੱਚ ਹੈ ਤੇ ਨਾ ਹੀ ਇਹ ਕਿਸਾਨਾਂ ਦੇ ਪੱਖ ਦੇ ਵਿੱਚ ਆ। ਇਸ ਕਰਕੇ ਅਸੀਂ ਇੱਕ ਤਾਂ ਮੰਗ ਕਰਦੇ ਹਾਂ ਕਿ ਫੌਰੀ ਤੌਰ ਤੇ ਮਤਲਬ ਜਿਹੜੀ ਭਾਰਤ ਸਰਕਾਰ ਹੈ, ਇਹ ਜਿਹੜੀ ਅਗਨੀਪਥ ਯੋਜਨਾ ਹੈ ਇਹਨੂੰ ਵਾਪਸ ਲਵੇ ਤੇ ਜਿਹੜੀ ਪਹਿਲੀ ਚੱਲਦੀ ਹੈ ਮਤਲਬ ਪਰੰਪਰਾ ਉਹਦੇ ਅਨੁਸਾਰ ਭਰਤੀ ਕੀਤੀ ਜਾਵੇ। ਦੂਜੀ ਗੱਲ, ਸਭ ਤੋਂ ਦੁੱਖ ਹੋਇਆ ਸਾਨੂੰ ਜਿਹੜਾ ਭਾਰਤੀ ਸੈਨਾ ਦੇ 3 ਮੁਖੀਆਂ ਨੇ ਇਹ ਬਿਆਨ ਦਿੱਤਾ ਹੈ। ਦੇਖੋ, ਕੋਈ ਭਾਰਤ ਸਰਕਾਰ ਦਾ ਨੁਮਾਇੰਦਾ ਬਿਆਨ ਦੇਵੇ ਵਾਜਬ ਬਣਦਾ, ਪਰ ਜਿਹੜੇ ਸੈਨਾ ਦੇ ਮੁਖੀ ਆ ਉਹ ਅਜਿਹੇ ਬਿਆਨ ਦੇਣ ਤੇ ਧਮਕੀਆਂ ਦੇਣ ਕਿ ਜਿਨ੍ਹਾਂ ਨੌਜਵਾਨਾਂ ਨੇ ਇਸ ਐਜੀਟੇਸ਼ਨ ਦੇ ਵਿੱਚ ਹਿੱਸਾ ਲਿਆ ਉਹਨਾਂ ਨੂੰ ਇੱਕ ਸਰਟੀਫਿਕੇਟ ਦੇਣਾ ਪਊਗਾ ਕਿ ਮੈਂ ਇਸ ਐਜੀਟੇਸ਼ਨ ਦੇ ਵਿੱਚ ਹਿੱਸਾ ਨਹੀਂ ਲਿਆ, ਇਸ ਕਰਕੇ ਮੈਂ ਇਹਦਾ ਹੱਕਦਾਰ ਹਾਂ। ਇਹ ਸਿੱਧੀ ਧਮਕੀ ਹੈ ਕਿ ਇਸ ਯੋਜਨਾ ਦਾ ਕੋਈ ਵਿਰੋਧ ਨਾ ਕਰੇ। ਇਹ ਜਿਹੜੇ ਸੈਨਾਵਾਂ ਦੇ ਅਧਿਕਾਰੀਆਂ ਨੇ ਦਿੱਤਾ, ਇਹ ਸਭ ਤੋਂ ਨਿੰਦਣਯੋਗ ਹੈ। ਇਤਿਹਾਸ ਦੇ ਵਿੱਚ ਕਦੇ ਵੀ ਨਹੀਂ ਹੈ, ਮਤਲਬ ਕੋਈ ਜਿਹੜੀ ਪਾਲਿਸੀ ਹੈ ਉਹ ਸਰਕਾਰਾਂ ਤਾਂ ਅਨਾਉਂਸ ਕਰਦੀਆਂ ਹੁੰਦੀਆਂ, ਪਰ ਜਿਹੜੇ ਸੈਨਾ ਦੇ ਮੁਖੀ ਆ ਉਹ ਅਨਾਉਂਸ ਨਹੀਂ ਕਰਦੇ। ਇਵੇਂ ਜਿਵੇਂ ਕੋਈ ਵੀ ਅਦਾਰਾ ਹੈ, ਅਦਾਰਿਆਂ ਦੇ ਮੁਖੀ ਅਨਾਉਂਸ ਨਹੀਂ ਕਰਦੇ ਹੁੰਦੇ, ਉਸ ਅਦਾਰੇ ਨਾਲ ਸੰਬੰਧਿਤ ਜਿਹੜੇ ਮੰਤਰੀ ਹੈ ਉਹ ਅਨਾਉਂਸ ਕਰਦੇ ਹੁੰਦੇ ਆ। ਇਹਦਾ ਅਸੀਂ ਸਖਤ ਨੋਟਿਸ ਵੀ ਲਿਆ ਤੇ ਇਹਨਾਂ ਨੂੰ ਭਾਰਤ ਦੇ ਕੋਲੋਂ ਉਹ 3 ਸੈਨਾਵਾਂ ਦੇ ਮੁਖੀਆਂ ਨੂੰ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਕਿ ਸਾਥੋਂ ਇਹ ਗਲਤ ਕਿਹਾ ਗਿਆ, ਨਹੀਂ ਕਹਿਣਾ ਚਾਹੀਦਾ ਸੀ। ਅਸੀਂ ਤਾਂ ਸਮਝਦੇ ਹਾਂ ਕਿ ਭਾਵੇਂ ਭਾਰਤੀ ਸੈਨਾ ਦੇ ਮੁਖੀ ਹੈ, ਅਸੀਂ ਲੋਕ ਹਾਂ, ਅਸੀਂ ਉਹਨਾਂ ਨੂੰ ਤਨਖਾਹਾਂ ਦਿੰਦੇ ਹਾਂ, ਅਸੀਂ ਉਹਨਾਂ ਨੂੰ ਅਹੁਦਿਆਂ ਤੇ ਬਹਾਇਆ ਹੋਇਆ। ਇਹ ਸਾਡੀ ਚੁਣੀ ਹੋਈ ਸਰਕਾਰ ਦੇ ਵੀ ਜ਼ਿੰਮੇਵਾਰੀ ਨਾਲ ਬਿਆਨ, ਅਜਿਹਾ ਬਿਆਨ ਜਿਹੜਾ ਹੈ ਬਹੁਤ ਘਾਤਕ ਸਮਝਦੇ ਆ ਲੋਕ। ਇਹਦੇ ਰਿਗਾਰਡਿੰਗ ਆਪਣੇ ਕੱਲ ਕੀ ਹੈਗਾ? ਇਹਦੇ ਰਿਗਾਰਡਿੰਗ ਕੱਲ ਕੀ ਹੈਗਾ ਆਪਣੇ? ਹਾਂ, 24 ਤਰੀਕ ਨੂੰ ਅਸੀਂ ਜਿਹੜਾ SKM ਨੇ ਸੱਦਾ ਦਿੱਤਾ ਕਿ ਪੂਰੇ ਭਾਰਤ ਦੇ ਵਿੱਚ ਇਸ ਅਗਨੀਪਥ ਯੋਜਨਾ ਦਾ ਵਿਰੋਧ ਕਰਨ ਦੇ ਲਈ ਹਰੇਕ ਜਿਹੜਾ ਮਤਲਬ ਡਿਸਟ੍ਰਿਕਟ ਦਾ DC ਹੈ, SDM ਹੈ ਜਾਂ ਤਹਿਸੀਲਦਾਰ ਹੈ, ਰਾਸ਼ਟਰਪਤੀ ਦੇ ਨਾਲ ਅਸੀਂ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਤਾਂ ਕਿ ਇਹ ਰਾਸ਼ਟਰਪਤੀ ਕੋਲੇ ਇਹ ਸਮੁੱਚੇ ਭਾਰਤ ਦੇ ਲੋਕਾਂ ਦੀ ਗੱਲ ਜਾ ਚੁੱਕੇ ਕਿ ਅਜਿਹੀਆਂ ਪਾਲਿਸੀਆਂ ਦੇਖੋ, ਖੰਨਾ ਦੇ ਨੇੜਲੇ ਪਿੰਡ ਲਾਡੇਵਾਲ ਦਾ ਨੌਜਵਾਨ ਸੁਖਵੀਰ ਸਿੰਘ ਸੁਖ, ਜੋ ਕਿ 9 ਸਾਲ ਤੱਕ ਨਸ਼ੇ ਦੀ ਦਲਦਲ ਵਿੱਚ ਫਸਿਆ ਰਿਹਾ ਅਤੇ ਹੁਣ ਨਸ਼ਾ ਛੱਡ ਕੇ ਜਿਮ ਜਾ ਕੇ ਆਪਣਾ ਸਰੀਰ ਨੂੰ ਬਣਾ ਰਿਹਾ ਹੈ। ਸੁਖਬੀਰ ਸਿੰਘ ਟਿਵਾਣਾ ਸੁਖ ਨੇ ਦੱਸਿਆ ਹੈ ਕਿ ਉਹ 9ਵੀਂ ਕਲਾਸ ਤੋਂ ਹੀ ਨਸ਼ੇ ਦਾ ਆਦੀ ਹੋ ਗਿਆ ਸੀ। ਉਹ ਸਿਗਰਟ ਬੀੜੀ ਤੋਂ ਲੈ ਕੇ ਚਿੱਟਾ, ਟੀਕੇ, ਗੋਲੀਆਂ, ਸੁਲਫਾ ਅਤੇ ਹੋਰ ਕਈ ਤਰ੍ਹਾਂ ਦੇ ਨਸ਼ੇ ਵੀ ਕੀਤੇ। ਨਸ਼ੇ ਵਿੱਚ ਉਸ ਨੂੰ ਕੋਈ ਵੀ ਸੁੱਧ ਬੁੱਧ ਨਾ ਰਹਿਣ ਕਰਕੇ ਉਸ ਨੂੰ ਆਪਣੇ ਪਿਤਾ ਦੀ ਮੌਤ ਦਾ ਵੀ ਨਹੀਂ ਪਤਾ ਚੱਲਿਆ। ਚਿੱਟੇ ਦੇ ਨਸ਼ੇ ਲਈ ਉਸਨੇ ਕਰੀਬ 80 ਲੱਖ ਰੁਪਏ ਦਾ ਵੀ ਨਸ਼ਾ ਕੀਤਾ। ਉਸ ਦਾ ਨਸ਼ਾ ਛਡਾਉਣ ਵਿੱਚ ਉਸਦੇ ਵੱਡੇ ਭਰਾ ਜੀਵਨ ਸਿੰਘ ਟਿਵਾਣਾ ਨੇ ਉਸ ਨੂੰ ਉਸਦੀ ਕਾਉਂਸਲਿੰਗ ਕਰਕੇ ਬਿਨਾਂ ਕਿਸੇ ਨਸ਼ਾ ਛਡਾਓ ਸੈਂਟਰ ਤੋਂ ਉਸ ਦਾ ਨਸ਼ਾ ਛਡਵਾਉਣ ਵਿੱਚ ਉਸਦੀ ਮਦਦ ਕੀਤੀ। ਹੁਣ ਸੁਖ ਪਿਛਲੇ 1.5 ਸਾਲ ਤੋਂ ਨਸ਼ੇ ਨੂੰ ਬਿਲਕੁਲ ਤੌਬਾ ਕਰ ਚੁੱਕਾ ਹੈ ਅਤੇ ਜ਼ਿੰਦਗੀ ਵਿੱਚ ਕਦੇ ਵੀ ਨਸ਼ੇ ਨੂੰ ਮੂੰਹ ਨਹੀਂ ਲਗਾਏਗਾ ਅਤੇ ਆਪਣੀ ਚੰਗੀ ਖੁਰਾਕ ਲੈ ਕੇ ਆਪਣੇ ਸਰੀਰ ਦੀ ਫਿਟਨੈਸ ਬਣਾਉਣ ਵਿੱਚ ਬਿਜ਼ੀ ਰਹਿੰਦਾ ਹੈ। ਜਦ ਨਾ ਹੀ ਮੈਂ ਪੜ੍ਹਦਾ ਹੁੰਦਾ ਸੀ, 9ਵੀਂ ਕਲਾਸ 'ਚ ਪੜ੍ਹਦਾ ਸੀ, ਜਦ ਮੈਂ ਹੌਲੀ ਹੌਲੀ ਸਿਗਰਟਾਂ ਪੀਣ ਲੱਗ ਗਏ। ਸਿਗਰਟਾਂ ਪੀਂਦੇ ਪੂੰਦੇ ਹੌਲੀ ਹੌਲੀ ਸੁੱਖਾ ਪੀਣ ਲੱਗ ਗਏ। ਹੌਲੀ ਹੌਲੀ ਫਿਰ ਡੇਰਿਆਂ 'ਚ ਜਾਣ ਲੱਗ ਗਏ, ਚਿਲਮਾਂ ਪੀਣ ਲੱਗ ਗਏ, ਯਾਰ ਜੁੰਡੀ ਦੇ ਵਧਣ ਲੱਗ ਗਏ। ਕਦੇ ਕੁਛ ਕਰ ਲਿਆ, ਕਦੇ ਕੁਛ ਕਰ ਲਿਆ, ਲਹਿਰ ਲੈ ਲੈਂਦੇ ਤੀ। ਜਾਣੀ ਕਿ ਇੱਕ ਮਾਹੌਲ ਬਣਾਉਣ ਦੇ ਮਾਰਿਆਂ ਨੇ ਇਹ ਸਵਾਦ ਲੈ ਲੈਂਦੇ ਤੀ। ਹੌਲੀ ਹੌਲੀ ਵੱਧਦਾ ਜਾਣੀ ਕਿ ਫਿਰ ਮੈਂ ਸਮੈਕ ਪੀਣ ਲੱਗ ਗਿਆ ਤੀ ਸਕੂਲ 'ਚ ਹੀ। ਫਿਰ ਸਮੈਕ ਪੀਂਦੇ ਫਿਰ ਚਿੱਟਾ ਆ ਗਿਆ। ਜਦੇ ਫਿਰ ਅਸੀਂ ਐਕਸ਼ਨ ਸ਼ੁਰੂ ਕਰਤੇ ਤੀ, ਲਿਆ ਕੇ ਲਾਉਣੇ ਆਪਦੇ। ਉਹ ਚੀਜ਼ ਇੰਨੀ ਘੈਂਟ ਲੱਗਿਆ ਕਰੇ, ਕੇਰਾਂ ਲਾ ਕੇ ਆਇਆ ਹੋਇਆ ਕਰੇ ਵੀ ਯਾਰ ਦੁਨੀਆ ਹੀ ਹੋਣਾ ਵਾਲੀ, ਵੀ ਪਹਿਲਾਂ ਦੁਨੀਆ ਹੀ ਨਹੀਂ ਹੈਗੀ ਕੁਛ। ਹਾਂ, ਇਹੀ ਗੱਲ ਆ। ਅਤੇ ਜਾਣੀ ਕਿ ਆਪਾਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਹੁਣ ਨਵੇਂ ਮੁੰਡੇ ਨੇ ਉਹ ਜਾਣੀ ਕਿ ਚੌੜਬਾਜੀ ਦੇ ਵਿੱਚ, ਜਿਵੇਂ ਹੁਣ ਚੌੜ ਕਹਿੰਦੇ ਹੁੰਦੇ ਨੇ ਆਪਾਂ, ਵੀ ਚੌੜਬਾਜੀ ਦੇ ਵਿੱਚ ਉਹ ਕਦੇ ਹੁਣ ਕੂਲ ਲਿੱਪਾਂ ਲਾ ਲਈਆਂ, ਕਦੇ ਦਾਰੂ ਪੀ ਲਈ ਵਿਆਹ 'ਤੇ ਕਿਸੇ ਦੇ, ਕਦੇ ਬੀਅਰ ਪੀ ਲਈ, ਕਦੇ ਕੁਛ ਪੀ ਲਈ। ਜਾਣੀ ਕਿ ਇਹ ਸਟਾਰਟਿੰਗ ਹੁੰਦੀ ਆ। ਇਹ ਜਦੋਂ ਉਮਰ ਇਹੋ ਜਿਹੀ ਹੁੰਦੀ ਆ ਉੱਥੋਂ ਸਟਾਰਟਿੰਗ ਹੁੰਦੀ ਆ। ਜੇ ਕੋਈ ਤੁਹਾਨੂੰ ਸਮਝਾਊਗਾ ਬੰਦਾ ਤਾਂ ਤੁਸੀਂ ਉਹਨੂੰ ਇਹ ਗੱਲ ਕਹੋਗੇ, ਮੂੰਹ 'ਤੇ ਕਹਿੰਦੇ ਨਹੀਂ ਹੈਗੇ, ਬਾਅਦ 'ਚੋਂ ਇਹ ਗੱਲ ਕਹੋਗੇ ਵੀ ਹੁਣ ਯਾਰ ਮੈਨੂੰ ਸਮਝਾਉਣ ਲੱਗਿਆ ਵੀ ਮੈਂ ਕਿਤੇ ਜਵਾਕ ਆ, ਵੀ ਮੈਨੂੰ ਕਿਹੜਾ ਪਤਾ ਨਹੀਂ ਹੈਗਾ। ਆਪਾਂ ਉਹਦੀ ਗੱਲ ਸੁਣ ਜ਼ਰੂਰ ਲੈਣੀ ਆ, ਪਰ ਜਦ ਇਹ ਕੱਢਦਾ ਨਹੀਂ ਆ ਆਪਾਂ ਆਪਦਾ ਕੰਮ ਫੇਰ ਸਟਾਰਟ ਕਰਦਾ ਹੀ ਨਾ। ਆਪਾਂ ਆਪਦੀ ਲਹਿਰ 'ਚ ਰਹਿਣਾ, ਨਸ਼ੇ ਦੀ ਲਹਿਰ 'ਚ। ਬਸ ਨਸ਼ੇ ਦੀ ਲਹਿਰ 'ਚ ਰਹਿ ਕੇ ਜਾਣੀ ਕਿ ਇੱਥੇ ਤੱਕ ਆ ਗਿਆ। ਅੱਛਾ ਸੁਖ, ਜਿਸ ਟਾਈਮ ਤੁਸੀਂ ਨਸ਼ਾ ਕਰਨ ਲੱਗੇ ਸੀਗੇ ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ ਤੇ ਤੁਸੀਂ ਸਕੂਲ 'ਚ ਪੜ੍ਹਦੇ ਸੀਗੇ ਉਸ ਸਮੇਂ? ਉਸ ਟਾਈਮ ਮੈਂ ਸਕੂਲ 'ਚ ਪੜ੍ਹਦਾ ਸੀ, ਮੇਰੀ 16 ਸਾਲ ਦੀ ਉਮਰ ਸੀ।
ਜਦ ਮੈਂ ਲੱਗਿਆ ਹੀ ਸੀ। ਪਹਿਲਾਂ ਮੈਂ ਪਿੰਡ ਸਕੂਲ 'ਚ ਪੜ੍ਹਿਆ, ਫਿਰ ਮੈਂ ਜਦ ਬਾਹਰ ਲੱਗ ਗਿਆ, ਫਿਰ ਕਨੈਕਟ ਹੁੰਦੇ ਗਏ, ਮੁੰਡਿਆਂ ਨਾਲ ਬਹਿੰਦੇ ਉੱਠਦੇ ਗਏ, ਗਰਾਊਂਡ 'ਚ ਬਹਿ ਗਏ, ਕਦੇ ਕਿਤੇ ਬਹਿ ਗਏ, ਯਾਰ ਦੋਸਤ ਬਣਦੇ ਗਏ ਇੱਕਣੇ। ਬਸ ਉਹ ਪੀਂਦੇ ਹੁੰਦੇ ਸੀ, ਉਹ ਜਾਂ ਪੀਂਦੇ ਹੁੰਦੇ ਸੀ, ਉਹ ਜਾਂ ਪੀ ਪੂ ਕੇ ਹੱਸਦੇ ਹੁੰਦੇ ਸੀ, ਲਹਿਰਾਂ ਲੈਂਦੇ ਹੁੰਦੇ ਸੀ, ਜਿਵੇਂ ਆਪਾਂ ਕਹਿ ਦਈਏ ਵੀ ਚੌੜ ਕਰ ਲੈਂਦੇ ਸੀ, ਜਿਵੇਂ ਹੁਣ ਮੁੰਡੇ ਕਰਦੇ ਨੇ। ਉਹ ਚੌੜ ਦੇ ਵਿੱਚ ਮੇਰਾ ਵੀ ਜੀ ਕਰਿਆ ਵੀ ਯਾਰ ਮੈਂ ਵੀ ਨਾ ਲਾ ਲਵਾਂ। ਮੈਂ ਇੱਕ ਦਿਨ ਲਾ ਲਿਆ, ਬਸ ਫਿਰ ਇੱਕ ਦਿਨ ਜਿਹੜਾ ਲਾਇਆ, ਕਿਰਾਂ ਦਾ ਜਾਣੀ ਕਿ ਜਦ ਆਪਾਂ ਨਸ਼ਾ ਕੋਈ ਵੀ ਕਰਦੇ ਹਾਂ, ਕਿਰਾਂ ਦਾ ਜਾਣੀ ਕਿ ਬੈਕ ਆਉਂਦਾ। ਉਹ ਐਂ ਕਹਿੰਦਾ ਹੁੰਦਾ ਤੁਹਾਨੂੰ ਵੀ ਇਹ 'ਚ ਕੋਈ ਫਾਇਦਾ ਨਹੀਂ ਹੈਗਾ, ਵੀ ਨਾ ਲਾ, ਇਹਨੂੰ ਛੱਡ ਦੇ। ਪਰ ਉਹ ਮੈਂ ਜਾਣੀ ਕਿ ਬੱਤ ਲੈ ਕੇ ਮੈਂ ਪੀ ਲਿਆ। ਬਸ ਫਿਰ ਹੌਲੀ ਹੌਲੀ ਦਿਨੋਂ ਦਿਨ ਪੀਂਦਾ ਗਿਆ। ਹੋਰ ਬੰਦਿਆਂ ਨਾਲ ਕਨੈਕਟ ਹੁੰਦੇ ਗਏ, ਉਹਨਾਂ ਦੀ ਜੁੰਡੀ 'ਚ ਬਹਿੰਦਾ ਰਿਹਾ, ਕਦੇ ਡੇਰੇ ਵਗ ਗਿਆ, ਕਦੇ ਕਿਤੇ ਵਗ ਗਿਆ। ਹੌਲੀ ਬਸ ਜਾਂਦਾ ਜਾਣੀ ਕਿ ਬਹੁਤ ਗਲਤ ਜਗ੍ਹਾ ਵਗ ਗਿਆ ਸੀ। ਬਸ ਇਦੋਂ ਬਾਅਦ 'ਚ ਤਾਂ ਹੁਣ ਸਿਰੇ ਹੀ ਤੀ ਕੰਮ। ਸੰਗਰੂਰ ਜਿਮਨੀ ਚੋਣ ਇਸ ਸਮੇਂ ਦਿਲਚਸਪ ਬਣੀ ਹੋਈ ਹੈ। ਆਖਿਰਕਾਰ ਅੱਜ ਵੋਟਾਂ ਪੈਣ ਵਾਲਾ ਦਿਨ ਆ ਹੀ ਗਿਆ। ਅੱਜ ਸਭ ਤੋਂ ਪਹਿਲਾਂ ਆਪਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਨੇ ਵੋਟ ਪਾਈ। ਉਸ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਭਾਜਪਾ ਦੇ ਉਮੀਦਵਾਰ ਨੇ ਵੋਟ ਪਾਈ। ਇਸ ਤੋਂ ਇਲਾਵਾ ਆਪ ਛੱਡ ਕੇ ਗਈ ਭਾਜਪਾ ਦੀ ਸੀਨੀਅਰ ਲੀਡਰ ਦਮਨ ਬਾਜਵਾ ਨੇ ਪਰਿਵਾਰ ਸਮੇਤ ਵੋਟਾਂ ਪਾਈਆਂ। ਇਸ ਦੇ ਨਾਲ ਸਾਬਕਾ ਸੰਸਦੀ ਸਕੱਤਰ ਬਲਵੀਰ ਸਿੰਘ ਘੁੰਸ ਨੇ ਵੀ ਪਰਿਵਾਰ ਸਮੇਤ ਵੋਟਾਂ ਪਾਈਆਂ। ਇਸ ਜਿਮਨੀ ਚੋਣ ਵਿੱਚ ਸਿੱਖਿਆ ਮੰਤਰੀ ਪੰਜਾਬ ਮੀਤ ਹੇਅਰ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਜ਼ਿਕਰਯੋਗ ਹੈ ਕਿ ਇਸ ਜਿਮਨੀ ਚੋਣ ਨੂੰ ਲੈ ਕੇ ਕਾਫੀ ਉਤਸ਼ਾਹ ਬਣਿਆ ਹੋਇਆ ਹੈ ਤੇ ਇਸ ਜਿਮਨੀ ਚੋਣ ਵਿੱਚ ਕੌਣ ਬਾਜੀ ਮਾਰਦਾ ਹੈ ਇਹ 26 ਜੂਨ ਦੀ ਤਾਰੀਖ ਤੈਅ ਕਰੇਗੀ। ਪਰ ਇੰਨਾ ਜ਼ਰੂਰ ਹੈ ਕਿ 92 ਸੀਟਾਂ ਲਿਜਾਉਣ ਵਾਲੀ ਆਪ ਪਾਰਟੀ ਦਾ ਵੱਡਾ ਜ਼ੋਰ ਲੱਗਿਆ ਹੈ। ਪਰ ਦੂਜੇ ਪਾਸੇ ਜੇਕਰ ਸਿਮਰਨਜੀਤ ਮਾਨ ਦੇ ਇਕੱਠ ਵੱਲ ਨਜ਼ਰ ਮਾਰੀਏ ਤਾਂ ਉਹ ਵੀ ਕਿਸੇ ਨਾਲੋਂ ਪਿੱਛੇ ਨਹੀਂ ਹਨ ਤੇ ਦਲਵੀਰ ਗੋਲਡੀ ਵੀ ਇਸੇ ਹਲਕੇ ਦੇ ਹੋਣ ਕਾਰਨ ਗੁਰਮੇਲ ਸਿੰਘ ਘਰਾਚੋ ਨੂੰ ਜ਼ਬਰਦਸਤ ਟੱਕਰ ਦੇ ਰਹੇ ਹਨ। ਦੀਪ ਕੌਰ ਜੀ, ਤੁਹਾਡੇ ਜਿਹੜੇ ਪਤਨੀ ਸਵਾਰਾ ਲੋਕ ਸਭਾ ਦੀ ਉਮੀਦਵਾਰ ਹੈ, ਕਿਵੇਂ ਦੇਖਦੇ ਹੋ ਤੁਸੀਂ ਅੱਜ ਉਹਨੂੰ ਇਕੱਠੇ VOTING ਕਰਨ ਆਏ ਹੋ? ਕੀ ਉਮੀਦਵਾਰ ਜਿਹੜੇ ਵੋਟਰ ਨੇ ਉਹਨਾਂ ਨੂੰ ਗੁਰਮੇਲ ਸਿੰਘ ਦੀ ਵੋਟ ਬਸ ਇਹੀ ਅਪੀਲ ਕਰ ਰਹੇ ਹਾਂ ਕਿ ਸਾਡੇ ਸ਼ਹੀਦਾਂ ਨੇ ਸ਼ਹੀਦੀਆਂ ਦੇ ਕੇ ਸਾਨੂੰ ਵੋਟ ਦਾ ਜਿਹੜਾ ਅਧਿਕਾਰ ਦਿਵਾਇਆ ਹੈ, ਬਹੁਤ ਹੀ ਸੂਝ-ਬੂਝ ਦੇ ਨਾਲ ਜਿਹੜੀ ਆਪਣੀ ਵੋਟ ਦੀ ਉਹ ਵਰਤੋਂ ਹਰ ਵੋਟਰ ਕਰੇ। ਵੋਟ ਪੋਲ ਕਰਕੇ ਬੜੀ ਵੱਡੀ ਖੁਸ਼ੀ ਹੁੰਦੀ ਹੈ, ਕਿਉਂਕਿ ਵੋਟ ਪੋਲ ਕਰਨਾ ਉਹਨਾਂ ਸ਼ਹੀਦਾਂ ਦਾ ਸਨਮਾਨ ਕਰਨਾ ਵੀ ਹੈ ਜਿਹੜੇ ਦੇਸ਼ ਦੀ ਆਜ਼ਾਦੀ ਦੇ ਲਈ ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਨੇ ਫਾਂਸੀ ਦੇ ਫੰਦੇ ਚੁੰਮੇ, ਬਹੁਤ ਲੜਾਈਆਂ ਲੜੀਆਂ। ਉਹ ਸਿਰਫ ਇਸ ਲਈ ਸੀ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਆਪਦੀ ਸਰਕਾਰ ਖੁਦ ਚੁਣਨ ਦਾ ਅਧਿਕਾਰ ਹੋਵੇ, ਲੋਕ ਖੁਦ ਫੈਸਲੇ ਲੈ ਸਕਣ। ਸੋ ਉਹਨਾਂ ਨੇ ਬਹੁਤ ਵੱਡੀਆਂ ਸ਼ਹਾਦਤਾਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਸਾਨੂੰ ਦੇਸ਼ ਦੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ। ਸੋ ਅਸੀਂ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਤੇ ਉਹਨਾਂ ਦਾ ਸਨਮਾਨ ਹੈ, ਮੈਂ ਕਹਿ ਸਕਦਾ ਜਿਹੜਾ ਵੋਟ ਪਾਇਆ ਤਾਂ ਬਹੁਤ ਵੱਡੀ ਖੁਸ਼ੀ ਹੋ ਰਹੀ ਹੈ। ਅੱਜ ਪੂਰੇ ਪਰਿਵਾਰ ਨਾਲ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈਗਾ। ਤੁਸੀਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹੋ, ਕਿਵੇਂ ਲੱਗ ਰਿਹਾ ਇਸ ਵਾਰ? ਦੇਖੋ ਅੱਜ ਵੋਟਾਂ ਦਾ ਦਿਨ ਹੈਗਾ। ਸਾਰੇ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਇਹੀ ਅਪੀਲ ਕਰਾਂਗੇ ਵੀ ਆਪਣੀ ਆਪਣੀ ਮਤ ਦਾ ਅਧਿਕਾਰ ਦਾ ਵਰਤੋਂ ਕਰਨ। ਕਿਸ ਤਰ੍ਹਾਂ ਦਾ ਤੁਹਾਨੂੰ ਮਾਹੌਲ ਲੱਗ ਰਿਹਾ ਹੈ? ਦੇਖੋ ਅਨਡਾਊਟਲੀ ਗਰਮੀ ਦਾ ਮੌਸਮ ਹੈ ਤੇ ਕੰਮ ਦਾ ਸੀਜ਼ਨ ਹੈ। ਲੋਕਾਂ ਦੀ ਆਮਦ ਜਿਹੜੀ ਹੈ ਉਹ ਹੈ ਤਾਂ ਜ਼ਰੂਰ ਪਹਿਲਾਂ ਨਾਲੋਂ ਘੱਟ ਹੈ, ਕਿਉਂਕਿ ਪਰੰਤੂ ਇੱਕ ਚੀਜ਼ ਜ਼ਰੂਰ ਹੈ ਕਿ ਅੱਜ ਦੀ ਜਿਹੜੀ ਵੋਟ ਹੈ ਉਹਦੇ 'ਚ ਬਹੁਤ ਜੇ ਕਹੀਏ ਕਿ ਵੱਡੇ ਮੁੱਦਿਆਂ ਲਈ ਨਹੀਂ ਹੈ। ਅੱਜ ਦੀ ਵੋਟ ਜਿਹੜੀ ਹੈ ਇੰਡੀਵਿਜੂਅਲ ਕਿਸੇ ਮੁੱਦਿਆਂ ਲਈ ਹੈ। ਅੱਜ ਜਿਹੜੀ ਮੈਂ ਵੋਟ ਪਾ ਕੇ ਆਇਆ, ਮੈਂ ਉਹਨਾਂ ਲੋਕਾਂ ਲਈ, ਉਹਨਾਂ ਨੌਜਵਾਨਾਂ ਲਈ ਜਾਂ ਉਹ ਪਰਿਵਾਰ ਦੇ ਫਰਜ਼ੰਦਾਂ ਲਈ ਵੋਟ ਪਾ ਕੇ ਆਇਆ ਜਿਹੜੇ ਬਹੁਤ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ, ਜਿਨ੍ਹਾਂ ਦੀ ਰਿਹਾਈ ਜਿਹੜੀ ਹੈ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਨਹੀਂ ਹੋਈ। ਸੋ ਉਹਨਾਂ ਲੋਕਾਂ ਦੇ ਲਈ ਮੇਰੀ ਜਿਹੜੀ ਅੱਜ ਦੀ ਇਹ ਵੋਟ ਹੈ। ਹਮੇਸ਼ਾ ਹੀ ਉਹਨਾਂ ਦੇ ਨਾਲ ਹੀ ਰਹਿ ਕੇ ਉਹਨਾਂ ਦੇ ਵਿੱਚ ਰਹਿ ਕੇ ਕੰਮ ਕਰਿਆ। ਇਹ ਨਹੀਂ ਹੈਗਾ ਵੀ ਸਾਨੂੰ ਚੋਂ ਟਾਟਾ ਬਾਏ ਕਰਤੀ, 8 ਸਾਲ ਆਪਾਂ ਲੋਕਾਂ ਕੋਲੇ ਗਏ ਹੀ ਨਹੀਂ, ਫਿਰ ਵੋਟਾਂ ਪਾਉਣ ਪਹੁੰਚ ਗਏ। ਸੋ ਮੇਰਾ ਤਾਂ ਬਾਈਪਾਸ ਤੇ ਘਰ ਹੈ ਜੀ, ਜਿਹਦਾ ਜੀ ਕਰਦਾ ਤੁਰ ਕੇ ਪਹੁੰਚ ਜਾਂਦਾ, ਜਿਹਦਾ ਜੀ ਕਰਦਾ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਲੋਕਾਂ ਨੂੰ ਅੱਜ ਕੀ ਅਪੀਲ? ਲੋਕਾਂ ਨੂੰ ਕੀ ਲੋਕਾਂ ਨੂੰ ਇਹੀ ਅਪੀਲ ਆ ਕਿ ਵੱਧ ਤੋਂ ਵੱਧ ਵੋਟ ਕਰਨ ਤਾਂ ਕਿ ਜਿਹੜਾ ਇਹ ਆਪਾਂ ਨੂੰ ਡੈਮੋਕ੍ਰੇਸੀ ਦਾ ਇੱਕ ਸਭ ਤੋਂ ਵੱਡਾ ਅੱਜ ਤਿਉਹਾਰ ਆ। ਸੋ ਮੈਨੂੰ ਲੱਗਦਾ ਉਹ ਤਿਉਹਾਰ ਨੂੰ ਆਪਦੀ ਵੋਟ ਪਾ ਕੇ ਚੁਣਨ ਆਪਦੇ ਲੀਡਰ ਨੂੰ, ਕਿ ਕਿਤੇ ਇਹ ਨਾ ਹੋਵੇ ਕਿ ਆਪਾਂ ਨੂੰ ਵੋਟ ਪਰਸੈਂਟੇਜ ਘਟ ਰਹੇ। ਸੋ ਮੈਕਸਿਮਮ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਲੋਕਾਂ ਨੂੰ। ਇਸ ਤੋਂ ਪਹਿਲਾਂ ਭਗਵੰਤ ਮਾਨ ਲੋਕ ਸਭਾ ਤੇ ਸਾਰੀਆਂ ਪਾਰਟੀਆਂ ਬਿਨਾਂ ਧੜੇਬੰਦੀਆਂ ਤੋਂ, ਬਿਨਾਂ ਲੜਾਈ ਲੱਪੇ ਤੋਂ ਬਹੁਤ ਸ਼ਾਂਤੀ ਨਾਲ ਜਿਹੜਾ ਇਹ ਅੱਜ ਦਾ ਜਿਹੜਾ ਤਿਉਹਾਰ ਆ ਉਹਨੂੰ ਸੈਲੀਬ੍ਰੇਟ ਕਰਨ। ਤੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਸਥਿਤ ਨਾਕਾ ਕਪੂਰਥਲਾ ਤੱਕ ਵਿਖੇ ਤੈਨਾਤ ASI ਬਖਸ਼ੀਸ਼ ਸਿੰਘ ਦੀ ਸਰਵਿਸ ਰਾਈਫਲ ਸਾਫ਼ ਕਰਦੇ ਹੋਏ ਗੋਲੀ ਲੱਗਣ ਨਾਲ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ 2 ਬੇਟੇ ਹਨ। ਤਾਂ ਇੰਦਰ ਸਿੰਘ ਨੇ ਦੱਸਿਆ ਹੈ ਕਿ ASI ਬਖਸ਼ੀਸ਼ ਸਿੰਘ ਸਵੇਰੇ ਆਪਣੀ ਡਿਊਟੀ ਤੇ ਹਾਜ਼ਰ ਹੋਇਆ ਸੀ ਤੇ ਉਹ ਆਪਣੀ ਸਰਵਿਸ ਰਾਈਫਲ ਸਾਫ਼ ਕਰ ਰਿਹਾ ਸੀ, ਜਿਸ ਦੌਰਾਨ ਅਚਾਨਕ ਗੋਲੀ ਚੱਲਣ ਨਾਲ
ਬਖਸ਼ੀ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਭੇਜ ਦਿੱਤਾ ਗਿਆ ਹੈ। ਜਿਹੜੀ ਨਾਕੇ ਤੇ ਸ਼ਿਫਟ ਜਿਹੜੀ 8-8 ਘੰਟੇ ਬਾਅਦ ਚੀਜ਼ ਹੁੰਦੀ ਆ ਤੇ ਸਾਡੇ ਐਸਆਈ ਸਵੇਰੇ 8 ਵਜੇ ਆਏ ਆ ਕੇ ਅੰਦਰ ਜਿਹੜਾ ਅਸਲੇ ਦਾ ਚਾਰਜ ਲੈਣ ਲੱਗੇ ਆ ਸਾਫ਼ ਕਰਦੇ ਆ। ਉਹਨਾਂ ਕੋਲ ਗੋਲੀ ਚੱਲੀ ਆ ਤੇ ਗੋਲੀ ਲੱਗਣ ਕਰਕੇ ਇਹਨਾਂ ਦੀ ਮੌਤ ਹੋ ਗਈ। ਚੰਨਈ ਵਿੱਚ ਹੋਣ ਜਾ ਰਹੇ ਫਾਸਟ ਚੈਸ ਓਲੰਪੀਆਡ ਦੀ ਚੰਡੀਗੜ੍ਹ ਵਿੱਚ ਟਾਰਚ ਰੈਲੀ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਅੱਜ ਇਸ ਰੈਲੀ ਦਾ ਮੋਹਾਲੀ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਰੈਲੀ ਨੂੰ 40 ਦਿਨਾਂ ਵਿੱਚ 75 ਸ਼ਹਿਰਾਂ ਵਿੱਚ ਲਿਜਾਇਆ ਜਾਵੇਗਾ। ਮੈਂ ਦੱਸਣਾ ਚਾਹਾਂਗਾ ਕਿ ਇੰਡੀਆ ਵਿੱਚ ਪਹਿਲੀ ਵਾਰ 44th ਚੈਸ ਓਲੰਪੀਆਡ ਜਿਹੜੀ ਹੈ ਉਹ ਜੁਲਾਈ ਵਿੱਚ ਚੇਨਈ ਦੇ ਨੇੜੇ ਮਹਾਬਲੀਪੁਰਮ ਵਿੱਚ ਹੋ ਰਿਹਾ, ਜਿਸ ਵਿੱਚ ਤਕਰੀਬਨ 147 ਕੰਟਰੀਜ਼ ਦੇ ਚੈਸ ਪਲੇਅਰਸ ਆ ਕੇ ਉੱਥੇ ਭਾਗ ਲੈਣਗੇ। ਉਹਦੇ 'ਚ ਸਾਡੇ ਇੰਡੀਆ ਦੇ ਵੀ ਜਿਹੜੇ ਗ੍ਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਵਗੈਰਾ ਹੈਗੇ ਉਹ ਵੀ ਸਾਰੇ ਹਿੱਸਾ ਲੈਣਗੇ। ਬਹੁਤ ਵਧੀਆ ਇੱਕ ਇੰਡੀਆ ਵਾਸਤੇ ਇੱਕ ਖੁਸ਼ਖਬਰੀ ਦੀ ਗੱਲ ਹੈ ਕਿ ਇੱਥੇ ਪਹਿਲੀ ਵਾਰ ਹੋ ਰਿਹਾ ਹੈਗਾ। ਅੱਜ ਅਸੀਂ ਇੱਥੇ ਮੋਹਾਲੀ ਵਿੱਚ ਜਿਹੜੀ ਮਸ਼ਾਲ ਹੈ, ਜੋ ਟਾਰਚ ਹੈ, ਰਿਲੇ ਟਾਰਚ ਹੈ, ਉਹ ਪੂਰੇ ਹਿੰਦੁਸਤਾਨ ਵਿੱਚ ਮਿਨਿਸਟਰੀ ਆਫ ਸਪੋਰਟਸ ਰਾਹੀਂ ਘੁਮਾਈ ਜਾ ਰਹੀ ਹੈ। ਔਰ ਇਹ ਇਸ ਤੋਂ ਪਹਿਲੇ ਲੇਹ ਲਦਾਖ, ਸ਼੍ਰੀਨਗਰ ਵਗੈਰਾ ਹੋ ਕੇ, ਚੰਡੀਗੜ੍ਹ ਹੋ ਕੇ, ਹੁਣ ਪੰਜਾਬ ਦੇ ਥਰੂ ਹੋ ਕੇ ਇਸ ਤੋਂ ਬਾਅਦ ਹਰਿਆਣਾ ਤੇ ਹੋਰ ਇੰਡੀਆ ਦੇ ਹੋਰ ਜਗ੍ਹਾ ਤੇ ਜਾਣਗੇ। ਪੰਜਾਬ ਵਿੱਚ ਅਸੀਂ ਇੱਥੇ ਮੋਹਾਲੀ ਵਿੱਚ ਚੰਡੀਗੜ੍ਹ ਤੋਂ ਜਿਹੜੀ ਮਸ਼ਾਲ ਆ ਰਹੀ ਹੈ ਉਸ ਨੂੰ ਰਿਸੀਵ ਕਰਨ ਵਾਸਤੇ ਔਰ ਬੜੇ ਧੂਮਧਾਮ ਨਾਲ ਰਿਸੀਵ ਕਰਕੇ ਉਹ ਮਸ਼ਾਲ ਨੂੰ ਅਸੀਂ ਅੱਗੇ ਨੈਕਸਟ ਜਿਹੜਾ ਇੱਥੋਂ ਫੰਕਸ਼ਨ ਹੈ ਉਹ ਪਟਿਆਲਾ ਵਿੱਚ ਹੋਏਗਾ। ਪਟਿਆਲਾ ਵਿੱਚ ਫੰਕਸ਼ਨ ਕਰਨ ਤੋਂ ਬਾਅਦ ਇਹ ਮਸ਼ਾਲ ਜਿਹੜੀ ਹੈਗੀ ਕॉन्वॉय राही अमृतसर जाएगी। चेस प्लेयर्स के लिए और हमें इंडियंस के लिए मेरे ख्याल से ये ओलंपियाड जो है ये फर्स्ट टाइम इंडिया पे आ रहा है, ये होस्ट कर रही है इंडिया और 189 कंट्रीज जो कि इटसेल्फ में एक रिकॉर्ड है, क्योंकि अब तक इतने बड़े कंट्रीज को भी पार्टिसिपेट नहीं किया। तो ये बहुत बड़ा इवेंट है और हमारे लिए बहुत गौरव की बात है। इंडिया की तरफ से परहैप्स the most popular and treasured board game in the world, which helps to improve one's focus, sharpen mind and help to think proactively. Millions of people play it daily. It is getting more popular as the years roll on. I will tell the chess office there, you approach the politician that it is very important for you so that you will know चाल कैसे चलना है, उनको सीखो। Chess is unique game that has stood the time trial. ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵੀ ਆਪਣੀ ਮਾਤਾ ਬੀਬੀ ਪਰਮੇਸ਼ਵਰੀ ਦੇਵੀ ਲਾਲ ਨਾਲ ਜਾ ਕੇ ਸ਼ਹਿਰ ਅੰਦਰ ਪੰਜਾਬ ਪਬਲਿਕ ਸਕੂਲ ਵਿੱਚ ਬਣੇ ਬੂਥ ਤੇ ਆਪਣੀ ਵੋਟ ਪਾਈ। ਬਾਅਦ ਵਿੱਚ ਗੱਲ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਇਸ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਹੈਟ੍ਰਿਕ ਬਣਾਵੇਗੀ। ਉੱਠ ਕੇ ਕੰਮ ਕਰ ਤੋਂ ਉੱਠ ਕੇ ਪਿੰਡ ਦੀ ਸਰਪੰਚੀ ਕਰਦੇ ਤੇ ਸਰਪੰਚੀ ਵੀ ਉਹਨਾਂ ਨੇ ਇਸ ਹਿਸਾਬ ਨਾਲ ਕੀਤੀ ਕਿ ਪਿਛਲੇ 5 ਸਾਲ ਜਦੋਂ ਉਸ ਸਮੇਂ ਦੀ ਕਾਂਗਰਸ ਸਰਕਾਰ ਉਹਨਾਂ ਦੇ ਪਿੰਡ ਦੀ ਪੰਚਾਇਤੀ ਜ਼ਮੀਨ ਖੋਹਣ ਲੱਗੀ ਹੋਈ ਸੀਗੀ, ਉਹਨਾਂ ਨੇ ਆਪਦੇ ਪਿੰਡ ਦੀ ਜ਼ਮੀਨ ਵੀ ਬਚਾਈ ਤੇ ਆਪਦੀ ਸਰਪੰਚੀ ਵੀ ਬਚਾਈ ਹਾਈ ਕੋਰਟ ਦੇ ਵਿੱਚ ਜਾ ਕੇ। ਜਿਹੜਾ ਬੰਦਾ ਜੁਝਾਰੂ ਹੁੰਦਾ, ਜਿਹੜਾ ਬੰਦਾ ਹੱਕ ਦੀ ਲੜਾਈ ਲੜਨੀ ਜਾਣਦਾ ਹੁੰਦਾ, ਉਹ ਜੇ ਪਿੰਡ 'ਚ ਲੜ ਸਕਦਾ ਤਾਂ ਪਾਰਲੀਮੈਂਟ ਜਾ ਕੇ ਵੀ ਲੜੂਗਾ। ਨੰਬਰ 1। ਨੰਬਰ 2, ਮੈਂ ਮੰਨ ਕੇ ਚੱਲਦਾ ਕਿ ਉਹਨਾਂ ਦੇ ਜਿੱਤਣਾ ਉਹਨਾਂ ਦਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਦੀ ਤਾਰੀਖ ਦੇ ਵਿੱਚ ਇੱਕ ਇਹੋ ਜਿਹਾ ਬੰਦਾ ਨੁਮਾਇੰਦਾ ਲੋਕ ਸਭਾ ਦਾ ਮੈਂਬਰ ਚਾਹੀਦਾ ਪੰਜਾਬ ਦੇ 13 ਐਮਪੀਆਂ ਦੇ ਵਿੱਚੋਂ ਜਿਹੜਾ ਪੰਜਾਬ ਦੇ ਲੋਕਾਂ ਦੇ ਮੁੱਦੇ ਮਸਲੇ ਉੱਥੇ ਸੈਂਟਰ ਚੱਕ ਸਕੇ। ਕਿਉਂਕਿ ਆਪਾਂ ਲੰਬੇ ਸਮੇਂ ਤੋਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਪੰਜਾਬ ਦੇ ਹੱਕਾਂ ਦੇ ਉੱਪਰ ਡਾਕੇ ਮਾਰ ਰਹੀ ਹੈ, ਫੈਡਰਲ ਸਟਰਕਚਰ ਨੂੰ ਢਾਹ ਲਾ ਰਹੀ ਹੈ, ਹੱਕ ਖੋਹ ਰਹੀ ਹੈ, ਔਰ ਚਾਹੇ ਅਕਾਲੀ ਦਲ ਦੇ ਨੇ, ਚਾਹੇ ਕਾਂਗਰਸ ਦੇ ਨੇ, ਚਾਹੇ ਬੀਜੇਪੀ ਦੇ ਨੇ, ਉਹ ਚੁੱਪੀ ਧਾਰ ਕੇ ਬੈਠੇ ਰਹਿੰਦੇ ਨੇ, ਉਹ ਆਵਾਜ਼ ਚੱਕਦੇ ਨਹੀਂ ਹੈਗੇ। ਜਿਵੇਂ ਮਾਨ ਸਾਹਿਬ ਨੇ ਆਵਾਜ਼ ਚੱਕੀ, ਗੁਰਮੇਲ ਸਿੰਘ ਵੀ ਉਹਨਾਂ ਦੇ ਪੈੜਾਂ ਦੇ ਉੱਪਰ ਚੱਲਦੇ ਹੋਏ ਪੰਜਾਬ ਦੇ ਹੱਕ ਹਕੂਕ ਦੀ ਆਵਾਜ਼ ਚੱਕਣ ਵਾਲਾ ਕੱਲਮ ਕੱਲਾ ਐਮਪੀ ਹੋਏਗਾ। ਜ਼ਿਆਦਾ ਜ਼ੋਰ ਲਾ ਪਾ ਰਿਹਾ 92 ਐਮਐਲਏ ਨੂੰ ਇੱਥੇ ਆਉਣਾ ਪਿਆ। ਹਾਂਜੀ,
92 ਐਮਐਲਏਜ਼ ਨੂੰ ਇੱਥੇ ਆਉਣਾ ਪਿਆ, ਇਸ ਵਾਰ ਲੱਗਦਾ ਨਹੀਂ ਜ਼ਿਆਦਾ ਜ਼ੋਰ ਲਾਉਣਾ ਪਿਆ। ਨਹੀਂ, ਜਿਹਦੇ ਕੋਲ ਐਮਐਲਏ ਸੀਗੇ ਉਹਦੇ ਆ ਗਏ, ਜਿਹਦੇ ਕੋਲ ਐਮਐਲਏ ਸੀਗੇ ਹੀ ਨਹੀਂ ਉਹਨਾਂ ਦੇ ਆਏ ਨਹੀਂ ਹੈਗੇ। ਸੋ ਤੁਸੀਂ ਇਲੈਕਸ਼ਨ ਨੂੰ ਐਂ ਤਾਂ ਨਾ ਕਰੋ। ਇਲੈਕਸ਼ਨ ਹੈ ਜਿਹੜਾ ਇਹ ਤਾਂ ਜੇ ਅਸੀਂ ਘਰੇ ਸਰਾਣੇ ਥੱਲੇ ਬਾਂਹ ਦੇ ਕੇ ਸੁੱਤੇ ਰਹਿੰਦੇ ਤੇ ਫਿਰ ਤੁਸੀਂ ਕਹਿੰਦੇ ਜੀ ਓਵਰ ਕੌਨਫੀਡੈਂਸ ਹੋ ਗਏ, ਹੰਕਾਰ ਗਏ। ਸੋ ਤੁਹਾਡੇ ਪੱਤਰਕਾਰਾਂ ਦੇ ਸਵਾਲਾਂ ਦੇ ਵੀ ਅੱਡੋ ਅੱਡੀ ਸਵਾਲ ਹੁੰਦੇ ਨੇ ਤੁਹਾਡੇ। ਸਾਡਾ ਕੰਮ ਹੈ ਮਿਹਨਤ ਕਰਨਾ, ਲੋਕਾਂ ਤੱਕ ਭਗਵੰਤ ਮਾਨ ਜੀ ਦੇ 8 ਸਾਲ ਦੀ ਲੋਕ ਸਭਾ ਦੀ ਕਾਰਗੁਜ਼ਾਰੀ ਤੇ ਹੁਣ 3 ਮਹੀਨਿਆਂ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉਹ ਲੈ ਕੇ ਅਸੀਂ ਲੋਕਾਂ ਤੱਕ ਗਿਆ। ਉਹ ਸਾਡਾ ਫਰਜ਼ ਸੀਗਾ, ਉਹ ਅਸੀਂ ਕੀਤਾ। ਸੰਗਰੂਰ ਜਿਮਨੀ ਚੋਣ ਲਈ VOTING ਜਾਰੀ ਹੈ ਤੇ ਆਪਣੀ ਵੋਟ ਦਾ ਇਸਤੇਮਾਲ ਕਰਨ ਪਹੁੰਚੇ ਹਰਪਾਲ ਚੀਮਾ ਨੇ ਕਿਹਾ ਹੈ ਕਿ ਇਸ ਵਾਰ ਲੋਕ ਪੰਜਾਬ ਸਰਕਾਰ ਦੇ 3 ਮਹੀਨਿਆਂ ਦੇ ਕਾਰਜਕਾਲ ਨੂੰ ਦੇਖ ਕੇ ਵੋਟ ਪਾ ਰਹੇ ਹਨ। ਉਹ ਸਰਪੰਚ ਨੂੰ ਸੰਸਦ ਮੈਂਬਰ ਭੇਜਣਗੇ। ਦੱਸ ਦੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਹਨ। ਪ੍ਰਧਾਨ ਹਰਪਾਲ ਚੀਮਾ ਨੇ ਕਿਹਾ ਕਿ ਸਾਡਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਮੁਕਾਬਲਾ ਨਹੀਂ ਹੈ ਤੇ ਇਸ ਵਾਰ ਦਾ ਬਜਟ ਆਮ ਲੋਕਾਂ ਦਾ ਬਜਟ ਹੋਣ ਜਾ ਰਿਹਾ ਹੈ। ਅਸੀਂ ਨਹੀਂ ਬਣਾਇਆ, ਲੋਕਾਂ ਨੇ ਆਪੋ ਆਪਣੇ ਸੁਝਾਅ ਦੇ ਕੇ ਬਣਾਇਆ ਹੈ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਿੱਧੂ ਮੂਸੇਵਾਲਾ ਨੂੰ ਲੈ ਕੇ ਦਿੱਤੇ ਗਏ ਬਿਆਨ, ਜਿਸ ਵਿੱਚ ਕਿਹਾ ਗਿਆ ਸੀ ਕਿ ਸਿੱਧੂ ਮੂਸੇਵਾਲਾ ਨੂੰ ਘਟਨਾ ਦਾ ਬਦਲਾ ਲੈਣ ਲਈ ਆਮ ਆਦਮੀ ਪਾर्टी ਨੂੰ वोट नहीं पानी चाहिए सी। देखिए, ये लोकतंत्र की एक निशानी है कि हर एक नागरिक को जो वोटर है उसको अपनी वोट का इस्तेमाल करना चाहिए। और मेरी सभी लोकसभा हल्का संगरूर के जितने भी वोटर हैं उन सभी से अपील है कि अपने मत का प्रयोग किए, अपने वोट का प्रयोग किए और लोकतंत्र को और मजबूत बनाएं। कैसे देखते हो इस बार का माहौल, कैसा लग रहा है, किस पार्टी के साथ टक्कर देखते हो? देखिए, बहुत अच्छा माहौल है। थोड़ा समय पहले पंजाब के लोगों ने कांग्रेस पार्टी की, अकाली दल बीजेपी की जमानत जब्त करवाई है और इस बार फिर जमानत जब्त करवाएंगे और गुरमेल सिंह गराचों जो हैं वो हैट्रिक बनाएंगे। एक सरपंच से लेके देश की संसद में पहुंचेंगे। ये बहुत बड़ा उल्टफेर है और आम लोगों के घरों, जो आम लोगों के घरों के लोग हैं, बच्चे हैं, वो देश की संसद में जा रहे हैं, स्टेट की असेंबली में जा रहे हैं। इससे पहले राजे रजवाड़े जाते थे और स्टेट को बर्बाद करते थे। आज पंजाब को इन लोगों ने, चाहे कांग्रेस पार्टी हो, चाहे बीजेपी हो, चाहे अकाली दल हो, इन्होंने पंजाब को बर्बाद किया और अब पंजाब के लोग इनकी जमानत जब्त करवाएंगे। कि अभी सीजन है धान का, तो वोटिंग बिल्कुल सीजन भी है, धान का सीजन भी है और गर्मी भी बहुत पड़ रही है, पर लेकिन फिर भी लोग पंजाब के लिए, पंजाब के लोग के एक मजबूत लोकतंत्र के लिए अपनी वोट का इस्तेमाल करेंगे। राजा वड़िंग के बयान को किस तरह देखते हैं? ऐन मौके पर बयान आता है कि देखिए, कांग्रेस पार्टी को घटिया राजनीति नहीं करनी चाहिए। सिद्धू मूसेवाला जी सबके पंजाब के लोगों के सत्कारित थे। उनका बहुत ज़्यादा पंजाब के लोगों के दिलों में उनके लिए बहुत ज़्यादा कदर थी। उनकी मौत का बदला, उनकी कत्ल का बदला पंजाब सरकार लेगी। किसी को नहीं छोड़ा जाएगा और कानून अपना काम करेगा और सख्त से सख्त सज़ा जो है उनके हथियारों को दी जाएगी। भाजपा कह रही है कि उनके हथियारों को दिल्ली पुलिस पकड़ रही है। दिल्ली पुलिस भाजपा के अंडर है, तो पंजाब सरकार अपनी, देखिए, पंजाब सरकार यहाँ का जो है कानून है, यहाँ की कानून की मशीनरी है, वो बिल्कुल अच्छे से काम कर रही है। पूरे जहाँ भी हथियारे मिलते हैं, चाहे वो दिल्ली में हो, चाहे गुजरात में हो, जहाँ भी है, हमारी पुलिस जा रही है, उनको पकड़ के जेल में डालेंगे। दोस्तों, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।